ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪਣੀਆਂ 8 ਕਲਾ 8 ਅਧਿਆਏ ਵਿਚਾਰ ਚੰਦਰ ਉਹਦੇ ਦੇ ਸਮਾਪਤ ਹੋ ਚੁੱਕੇ ਆ, ਜਿਨ੍ਹਾਂ ਨੂੰ ਬੜੇ ਢੰਗ ਦੇ ਨਾਲ ਪੰਡਿਤ ਪੀਤਾਂਬਰ ਜੀ ਨੇ ਲਿਖਿਆ ਵਾ। ਉਹਨਾਂ ਨੇ ਆਪਣੇ ਵੱਲੋਂ ਵਿਸਥਾਰ ਕੀਤਾ ਹੈ। ਫਿਰ ਵੀ ਕੁਝ ਲਫ਼ਜ਼ ਉਹਨਾਂ ਨੇ ਸ਼ਾਸਤਰਕ ਜਿਹੜੀ ਵਿਦਿਆ ਹੈ, ਜੋ ਸ਼ਾਸਤਰਕ ਸ਼ਬਦ ਹੈ, ਬੜੇ ਕਠਿਨ ਰੱਖੇ ਹੈ, ਜਿਨ੍ਹਾਂ ਕਰਕੇ ਕਿਤੇ ਕਿਤੇ ਖੋਲ੍ਹਣਾ ਦੱਸਣਾ ਪੈ ਜਾਂਦਾ। ਉਹ ਵੀ ਜੋ ਪੂਰਨ ਤੌਰ 'ਤੇ ਨਹੀਂ ਕਹੇ ਜਾ ਸਕਦੇ। ਬੜੀ ਇਹ ਜਿਹੜਾ ਇਹ ਵਿਚਾਰ ਚੰਦਰ ਉਹਦੇ ਗ੍ਰੰਥ ਆ, ਇਹ ਬੜੀ ਬੁੱਧੀ ਦਾ ਵਿਸ਼ਾ ਆ। ਜਿਵੇਂ ਉਪਨਿਸ਼ਦਾਂ ਆ, ਉਪਨਿਸ਼ਦਾਂ ਕੋਈ ਇਹ ਥੋੜ੍ਹੀ ਕਿ ਬਹੁਤ ਬਹੁਤ ਵੱਡੇ ਗ੍ਰੰਥ ਆ, ਕੋਈ 8-8 10-10, ਕੋਈ 5-5 ਪੱਤਰਿਆਂ ਦੇ ਸਾਰੇ ਉਹ ਉਪਨਿਸ਼ਦ ਇੱਕ ਹੁੰਦਾ। ਪਰ ਉਹਦਾ ਜਿਹੜਾ ਸਿਧਾਂਤ ਹੈ ਬੜਾ ਗੂੜ ਰਹੱਸ ਰੱਖਦਾ। ਸੋ ਇਹ ਜਿਹੜੀ ਵਿਚਾਰ ਚੰਦਰ ਉਹਦੇ ਗ੍ਰੰਥ ਆ, ਇਹ ਤਾਂ ਕਾਫੀ ਉਪਨਿਸ਼ਦਾਂ ਨਾਲੋਂ ਤਾਂ ਕਾਫੀ ਵੱਡਾ, ਬਹੁਤ ਵੱਡਾ ਸਿਧਾਂਤ ਆ। ਮੇਰੇ ਹਿਸਾਬ ਦੇ ਨਾਲ ਵਿਚਾਰ ਸਾਗਰ ਵੀ ਪੜ੍ਹਨਾ ਪੈਂਦਾ ਉਂਝ ਦੇ, ਪਰ ਜੇ ਇਹੀ ਕਲਾ ਪੜ੍ਹ ਲਿਆ ਜਾਵੇ ਨਾ, ਵਿਚਾਰ ਚੰਦਰ ਉਹਦੇ, ਅਤੇ ਕੋਈ ਗ੍ਰੰਥ ਪੜ੍ਹਨ ਦੀ ਲੋੜ ਨਹੀਂ ਅੱਗੇ। ਇਹਦੇ ਵਿੱਚ ਬਹੁਤ ਕੁਝ ਉਹਨਾਂ ਨੇ ਕਹਿ ਦਿੱਤਾ, ਸਾਰੀਆਂ ਗੱਲਾਂ ਇਹਦੇ 'ਚ ਛਾਂਟ ਕੇ ਲਿਖ ਦਿੱਤੀਆਂ। ਸਾਰੀ ਬ੍ਰਹਮ ਦੀ ਹੀ ਵਿਚਾਰ ਆ, ਆਤਮ ਬ੍ਰਹਮ ਦੀ ਵਿਚਾਰ ਆ, ਵੇਦਾਂਤ ਵਿਚਾਰ, ਜਿੱਥੇ ਗਿਆਨ ਦਾ ਅੰਤ ਹੋ ਜਾਂਦਾ, ਜਿੱਥੇ ਵੇਦਾਂ ਦਾ ਅੰਤ ਆ ਗਿਆਨ ਕਾਂਡ, ਅਤੇ ਜਿੱਥੇ ਗਿਆਨ ਦਾ ਹੀ ਅੰਤ ਹੋ ਜਾਂਦਾ ਹੈ ਉਹ ਹੈ ਵੇਦਾਂਤ। ਉਹ ਆਪਾਂ ਪੜ੍ਹ ਰਹੇ ਹਾਂ। 8ਵੀਂ ਕਲਾ ਦੇ ਵਿੱਚ ਆਤਮਾ ਦੇ ਜਿਹੜੇ ਵਿਸ਼ੇਸ਼ਣ ਆ ਉਪਯੋਗੀ, ਉਹਨਾਂ ਦਾ ਕਥਨ ਕੀਤਾ। ਆਤਮਾ ਦੇ ਉਂਝ ਦੇ ਬਹੁਤ ਜ਼ਿਆਦਾ ਵਿਸ਼ੇਸ਼ਣ ਆ, ਕੁਝ ਦੇ ਨਿਸ਼ੇਧ ਵਾਲੇ ਅਤੇ ਕੁਝ ਵਿਸ਼ੇਸ਼ ਵਿਸ਼ੇਸ਼ਣ ਆ, ਕੁਝ ਨਿਸ਼ੇਧ ਵਿਸ਼ੇਸ਼ਣ ਆ। ਪਰ ਜੋ ਵਿਸ਼ੇਸ਼ ਕਰਕੇ ਹਰ ਸਮੇਂ ਉਪਯੋਗੀ ਆ, ਉਹਨਾਂ ਦਾ ਵਿਸਥਾਰ 8ਵੀਂ ਕਲਾ ਵਿੱਚ ਕੀਤਾ, ਜਿਹੜਾ ਪੜ੍ਹ ਕੇ ਆਏ ਵਾ। ਜੋ ਸੰਤਾਂ ਮਹੰਤਾਂ ਨੇ ਜਿੰਨਾ ਕਮਾਈ ਕੀਤੀ ਆ, ਉਹਨਾਂ ਜੁਗਤੀਆਂ ਨਾਲ ਜੋ ਕਥਨ ਕੀਤਾ, ਇੱਦਾਂ ਹੀ ਪੀਤਾਂਬਰ ਜੀ ਨੇ ਦੱਸਿਆ ਕਿ ਮੈਂ ਸੱਤ ਕਿਵੇਂ ਹਾਂ, ਮੈਂ ਚਿੱਤ ਕਿਵੇਂ ਹਾਂ, ਮੈਂ ਆਨੰਦ ਸਰੂਪ ਕਿਵੇਂ ਹਾਂ, ਮੈਂ ਸੱਤ ਕੈਸੇ ਜਾਣਨਾ, ਮੈਂ ਚਿੱਤ ਕੈਸੇ ਜਾਣਨਾ। ਇਸ ਤਰ੍ਹਾਂ ਸਾਰਾ ਹੀ ਆਪਾਂ ਪੜ੍ਹ ਕੇ ਆਏ। ਹੁਣ ਜਿਹੜੀ 9ਵੀਂ ਕਲਾ ਆ, ਇਹ ਵੀ ਬੜਾ ਗੰਭੀਰ ਅਤੇ ਬਹੁਤ ਜ਼ਰੂਰੀ ਵਿਸ਼ਾ। 9ਵੀਂ ਕਲਾ ਦਾ ਇਸ ਵਿੱਚ ਜਿਹੜਾ ਸਿਧਾਂਤ ਆ ਬੜਾ ਜ਼ਰੂਰੀ ਦਿੱਤਾ। ਗੁਰਬਾਣੀ 'ਚ ਵੀ ਕਾਫੀ ਥਾਂ 'ਤੇ ਆਉਂਦਾ ਨਾ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ। ਜੋ ਮਨ ਦੀ ਗਮਤਾ ਤੋਂ ਪਰੇ ਆ, ਜੋ ਮਨ ਦੀ ਪਹੁੰਚ ਤੋਂ ਪਰੇ ਆ, ਜਿਸ ਨੂੰ ਮਨ ਕਰਕੇ ਜਾਣਿਆ ਨਹੀਂ ਜਾ ਸਕਦਾ, ਜਿਹਨੂੰ ਬੁੱਧੀ ਜਿਹਦਾ ਨਿਸ਼ਚਾ ਨਹੀਂ ਕਰ ਸਕਦੀ, ਨਿਰਣਾ ਨਹੀਂ ਕਰ ਸਕਦੀ, ਫਿਰ ਜਿਸ ਨੂੰ ਜੋ ਕਿਸੇ ਵੀ ਇੰਦਰੀਆਂ ਦਾ ਵਿਸ਼ਾ ਹੀ ਨਹੀਂ ਹੈ, ਕੰਨਾਂ ਨਾਲ ਸੁਣਿਆ ਨਹੀਂ ਜਾ ਸਕਦਾ, ਠੀਕ ਹੈ, ਉਹ ਨਿਰਗੁਣ ਬ੍ਰਹਮ ਨੂੰ ਰਸਨ ਨਾਲ ਦਾ ਕੋਈ ਸਵਾਦ ਨਹੀਂ ਚੱਖਿਆ ਜਾ ਸਕਦਾ, ਉਹਨੂੰ ਸਪਰਸ਼ ਨਹੀਂ ਕੀਤਾ ਜਾ ਸਕਦਾ, ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ, ਬਾਣੀ ਨਾਲ ਕਥਨ ਨਹੀਂ ਕੀਤਾ ਜਾ ਸਕਦਾ। ਕਥਨ ਨਾ ਜਾਏ ਅਕਥ, ਕਥਨ ਨਾ ਕਥੀ ਨਾ ਆਵੇ ਤੋਟ। ਜਿਹਨੂੰ ਗੁਰੂ ਮਾਨਕ ਥਾਂ ਥਾਂ 'ਤੇ ਅਕਥ ਕਰਕੇ ਲਿਖਿਆ, ਅਗੋਚਰ ਕਰਕੇ ਲਿਖਿਆ ਹੈ। ਇਸ ਪ੍ਰਕਾਰ ਉਹ ਅਗਮ ਗੋਚਰੇ ਵਾਲਾ ਜਿਹੜਾ ਹੈ ਨਾ ਸਿਧਾਂਤ ਗੁਰਬਾਣੀ ਦਾ, ਉਹ ਇੱਥੇ ਇਸ ਕਲਾ ਵਿੱਚ ਹੀ ਸਮਝ ਲਓ ਤੁਸੀਂ। ਜੇ ਕਿਸੇ ਨੇ ਅਗੋਚਰ ਸ਼ਬਦ ਦੀ ਕਥਾ ਕਰਨੀ ਹੋਵੇ ਤਾਂ ਇਹ 9ਵੀਂ ਕਲਾ 'ਤੇ ਪੜ੍ਹ ਸਕਦਾ ਸਾਰੀ।
ਜਿਵੇਂ ਪੰਡਿਤ ਜੀ ਨੇ ਗ੍ਰੰਥ ਲਿਖਿਆ ਚਾਰ ਸਾਗਰ ਹੈ, ਬਿਰਤੀ ਪ੍ਰਭਾਕਰ ਹੈ, ਚਾਰ ਚੰਦਰ ਉਹਦੇ ਹੈ, ਇਹ ਗ੍ਰੰਥ ਸਾਡੀ ਬੁੱਧੀ ਬੜੀ ਤਿੱਖੀ ਕਰਦੇ, ਇੰਨੀ ਬੁੱਧੀ ਸੂਖਸ਼ਮ ਕਰਦੇ, ਜਿਹੜਾ ਇਹਨਾਂ ਨੂੰ ਚੰਗੀ ਤਰ੍ਹਾਂ ਅਭਿਆਸ ਕਰਕੇ ਪੜ੍ਹ ਲੂਗਾ, ਕੋਈ ਵੀ ਗਿਆਨੀ ਕਿੱਡੀ ਵੀ ਡੂੰਘਾਈ ਕਥਾ ਕਰੂਗਾ, ਤੁਸੀਂ ਪਕੜ ਦੀ ਕਰ ਲਓਗੇ। ਫਿਰ ਭਗਤ ਮਹਾਰਾਜ ਕਹਿੰਦੇ ਆ, ਲੋਕ ਜਾਣੇ ਹੋ ਗੀਤੇ ਤੋਂ ਬ੍ਰਹਮ ਵਿਚਾਰ, ਇਹ ਬ੍ਰਹਮ ਵਿਚਾਰ ਹੈ। ਹੁਣ ਬ੍ਰਹਮ ਵਿਚਾਰ ਦੀ ਜੇ ਕਥਾ ਕਰਨੀ, ਉਹਨੇ ਸ਼ਬਦ ਦੀ ਗੁਰਬਾਣੀ ਦੇ ਦੀ, ਅਤੇ ਇਹ ਸਾਰਾ ਵਿਚਾਰ ਚੰਦਰ ਉਹਦੇ ਪੜ੍ਹ ਦਿਓ ਭਾਵੇਂ, ਅਤੇ ਸਾਰਾ ਹੀ ਵਿਚਾਰ ਸਾਗਰ ਦੀ ਕਥਾ ਕਰ ਦਿਓ। ਬ੍ਰਹਮ ਵਿਚਾਰ ਦੀ ਇੰਨੀ ਕਥਾ ਆ, ਅਤੇ ਦਿਮਾਗ ਇੱਕ ਵਾਰ ਹਿੱਲ ਜਾਂਦਾ ਹੈ। ਵਿਚਾਰ ਚੰਦਰ ਉਹਦੇ ਪੜ੍ਹਦੇ ਹਾਂ ਅਤੇ ਵਿਚਾਰ ਸਾਗਰ ਪੜ੍ਹਦੇ ਹਾਂ, ਬਿਰਤੀ ਪ੍ਰਭਾਕਰ ਪੜ੍ਹਦੇ ਹਾਂ। ਇਹਨਾਂ ਨੂੰ ਪੜ੍ਹ ਕੇ ਪਾਗਲ ਹੋ ਜਾਵਾਂਗੇ ਆਪਾਂ, ਇੰਨੀ ਬੁੱਧੀ ਲੱਗਦੀ। ਅਤੇ ਗੁਰਬਾਣੀ ਬ੍ਰਹਮ ਵਿਚਾਰ ਆ। ਸਾਡੇ ਵਰਗੇ ਕਹਿ ਦਿੰਦੇ ਨਾ, ਗੱਲਾਂ ਮਾਰ ਦਿੰਦੇ ਆ ਵੀ ਗੁਰਬਾਣੀ ਪੜ੍ਹੋ ਜੀ, ਹੋਰ ਕਿਸੇ ਗਿਆਨ ਦੀ ਕੀ ਲੋੜ ਆ। ਜਿਨ੍ਹਾਂ ਨੂੰ ਊੜਾ ਆੜਾ ਆਉਂਦਾ ਆ, ਉਹੀ ਸ਼ਬਦਾਂ ਦਾ ਜੋੜ ਕਰ ਸਕਦੇ, ਜਿਹਨਾਂ ਨੂੰ ਸ਼ਬਦਾਂ ਦਾ ਜੋੜ ਆਉਂਦਾ ਹੈ ਉਹੀ ਗੁਰਬਾਣੀ ਪੜ੍ਹ ਸਕਦੇ। ਠੀਕ ਆ ਜੀ। ਇਸ ਕਰਕੇ ਪਹਿਲਾਂ ਮੁਹਾਰਨੀ ਪੜ੍ਹਨੀ ਪੈਂਦੀ ਆ, ਅੱਖਰ ਪੜ੍ਹਨੇ ਪੈਂਦੇ, ਫਿਰ ਮੁਹਾਰਨੀ ਪੜ੍ਹਨ ਤੋਂ ਬਾਅਦ 2 ਸ਼ਬਦ 3 ਸ਼ਬਦ 4 ਸ਼ਬਦਾਂ ਵਾਲੇ ਅੱਖਰਾਂ ਵਾਲੇ ਸ਼ਬਦ ਪੜ੍ਹਨੇ ਪੈਂਦੇ ਆ, ਫਿਰ ਜਾ ਗੁਰਬਾਣੀ ਆਉਂਦੀ ਪੜ੍ਹਨੀ। ਸੋ ਗੁਰਬਾਣੀ ਪੜ੍ਹ ਲਈ, ਮੁਹਾਰਨੀ 2-4 ਅੱਖਰਾਂ ਦੇ ਸ਼ਬਦ ਪੜ੍ਹਨੇ ਪੈਂਦੇ ਆ। ਛੋਟੇ ਗ੍ਰੰਥ ਪੜ੍ਹਨੇ ਪੈਂਦੇ ਆ ਗੁਰਬਾਣੀ ਨੂੰ ਸਮਝਣ ਵਾਸਤੇ। ਵੱਡੇ ਗ੍ਰੰਥ ਪੜ੍ਹਨੇ ਪੈਂਦੇ ਆ ਗੁਰਬਾਣੀ ਦੀ ਵਿਆਖਿਆ ਕਰਨ ਵਾਸਤੇ। ਜਿਹਨੇ ਗੁਰਬਾਣੀ ਦੀ ਵਿਆਖਿਆ ਕਰਨੀ, ਉਹਨੂੰ ਗ੍ਰੰਥ ਪੜ੍ਹਨੇ ਪੈਣਗੇ। ਬਾਕੀ ਜਿਹਨੇ ਟਾਈਮ ਪਾਸ ਹੀ ਕਰਨਾ ਆ, ਉਹ ਕੁਝ ਵੀ ਕਰੀ ਜਾਵੇ। ਸਰੋ ਵਿਚਾਰ। ਅੱਜ ਆਪਾਂ 9ਵੀਂ ਕਲਾ ਪ੍ਰਾਰੰਭ ਕਰਨ ਲੱਗੇ ਹਾਂ। ਅਥ ਨਵਮ ਕਲਾ ਪ੍ਰਾਰੰਭ ਹੈ। ਹੁਣ 9ਵੀਂ ਕਲਾ ਪ੍ਰਾਰੰਭ ਕਰਦੇ ਹਾਂ। ਅਵਾਚਯ ਸਿਧਾਂਤ ਵਰਣਨ। ਅਵਾਚਯ ਸਿਧਾਂਤ। ਵਾਚਯ ਨਾਮ ਦਾ ਬਾਣੀ ਦਾ, ਜੋ ਬਾਣੀ ਦਾ ਆ ਕਹੀਏ, ਜੋ ਬਾਣੀ ਤੋਂ ਰਹਿਤ। ਅਵਾਚਯ ਮਤਲਬ ਜੋ ਬਾਣੀ ਦਾ ਵਿਸ਼ਾ ਨਹੀਂ ਹੈ। ਅਵਾਚਯ ਵਾਚਕ ਕਥਨ ਕਰਨ ਵਾਲਾ ਹੁੰਦਾ ਹੈ, ਬੋਲਣ ਵਾਲਾ ਹੁੰਦਾ ਹੈ, ਅਤੇ ਵਾਚਕ ਜਿਹਨੂੰ ਕਥਨ ਕਰਨਾ ਹੁੰਦਾ ਹੈ। ਜੋ ਕਹਿਣ ਯੋਗ ਹੀ ਨਹੀਂ ਹੈ, ਜਿਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਅਵਾਚਯ ਭਾਵ ਬਾਣੀ ਦਾ ਜੋ ਵਿਸ਼ੇ ਨਹੀਂ ਹੈ। ਐਸੇ ਸਿਧਾਂਤ ਦਾ ਇਸ 9ਵੀਂ ਕਲਾ ਵਿੱਚ ਵਰਣਨ ਕਰਨ ਲੱਗੇ ਆ ਕਿ ਜੋ ਵੇਖ ਲਓ, ਬਾਣੀ ਦਾ ਵਿਸ਼ਾ ਵੀ ਨਹੀਂ ਹੈ ਬ੍ਰਹਮ, ਫਿਰ ਵੀ ਉਸਨੂੰ ਅਸੀਂ ਬਾਣੀ ਨਾਲ ਹੀ ਬੋਲ ਰਹੇ ਹਾਂ। ਆਹ ਹੁਣ ਬਾਣੀ ਦਾ ਵਿਸ਼ਾ ਨਹੀਂ ਹੈ ਨਾ, ਉਹ ਕਹਿ ਤਾਂ ਰਹੇ ਹਾਂ ਆਪਾਂ, ਫਿਰ ਵੀ ਉਹਨੂੰ ਬਾਣੀ ਨਾਲ ਹੀ ਬੋਲ ਰਹੇ ਹਾਂ। ਉਹ ਜੋ ਸੰਤਾਂ ਮਹੰਤਾਂ ਨੇ ਜੁਗਤੀਆਂ ਦੱਸੀਆਂ ਵੀ ਕਿਵੇਂ ਬੋਲ ਰਹੇ ਹਾਂ, ਕਿਉਂ ਕਹਿਣਾ ਪੈ ਰਿਹਾ ਹੈ, ਕਹਿਣ ਦੀ ਲੋੜ ਤਾਂ ਨਹੀਂ ਹੈ, ਕਿਉਂ ਕਹਿਣਾ ਪੈ ਰਿਹਾ ਹੈ, ਉਹ ਸਾਰਾ ਹੀ ਸਿਧਾਂਤ ਇਸ ਕਲਾ ਵਿੱਚ ਆ ਰਿਹਾ। ਹੁਣ ਅੱਗੇ ਛੰਦ ਕਹਿੰਦੇ, ਇੰਦਰ ਵਿਜੈ ਛੰਦ। ਬ੍ਰਹਮ ਅਹੈ ਮਨ ਬਾਣੀ ਅਗੋਚਰ। ਬ੍ਰਹਮ ਹੈ, ਕਹਿੰਦੇ ਬ੍ਰਹਮ ਜੋ ਹੈ ਉਹ ਮਨ ਅਤੇ ਬਾਣੀ ਕਰਕੇ ਅਗੋਚਰ ਹੈ, ਭਾਵ ਅਵਿਸ਼ਾ ਹੈ। ਅਗੋਚਰ ਨਾਮ ਅਵਿਸ਼ਾ ਹੈ। ਜਿਸ ਨੂੰ ਮਨ ਦੀ ਬਿਰਤੀ ਨੇ ਦੇਖਿਆ ਨਹੀਂ ਹੈ, ਜੋ ਮਨ ਦੀ ਬਿਰਤੀ ਦਾ ਵਿਸ਼ਾ ਨਹੀਂ, ਕਿਉਂਕਿ ਬਹੁਤ ਸੂਖਮ ਹੈ, ਮਨ ਵੀ ਸੂਖਮ ਹੈ, ਮਨ ਦੀ ਬਿਰਤੀ ਵੀ ਸੂਖਮ ਹੈ। ਉਸ ਬਿਰਤੀ ਵਿੱਚ ਚੇਤਨ ਵੀ ਹੈ। ਨਾ ਦੀ ਬਿਰਤੀ ਦਾ ਨਾ ਬਿਰਤੀ ਵਿਸ਼ੇ ਹੁੰਦੀ ਹੈ, ਨਾ ਹੀ ਵੇਖੋ ਉਹ ਚੇਤਨ ਵਿਸ਼ੇ ਹੁੰਦਾ ਹੈ। ਵੇਖ ਲਓ ਨਾ, ਸਾਡੀਆਂ ਅੱਖਾਂ ਆ, ਅੱਖਾਂ ਸੂਖਮ ਤੋਂ ਸੂਖਮ ਵੇਖ ਸਕਦੀਆਂ। ਆਪਾਂ ਪਿੱਛੇ 7ਵੀਂ ਕਲਾ 'ਚ ਪੜ੍ਹ ਕੇ ਆਏ ਹਾਂ ਨਾ, ਕਿ ਉਹ ਸੂਖਮ ਤੋਂ ਸੂਖਮ ਹੈ, ਵਿਆਪਕ ਤੋਂ ਵਿਆਪਕ ਹੈ, ਵੱਡੇ ਤੋਂ ਵੱਡਾ ਹੈ। ਇਸ ਕਰਕੇ ਉਹ ਵਿਸ਼ਾ ਨਹੀਂ ਹੈ ਮਨ ਬਾਣੀ ਦਾ, ਕਿਸੇ ਵੀ ਇੰਦਰੀ ਦਾ ਵਿਸ਼ਾ ਨਹੀਂ।
ਕੰਨਾਂ ਕਰਕੇ ਉਸ ਨੂੰ ਸੁਣਿਆ ਨਹੀਂ ਜਾ ਸਕਦਾ, ਅੱਖਾਂ ਕਰਕੇ ਉਸ ਨੂੰ ਦੇਖਿਆ ਨਹੀਂ ਜਾ ਸਕਦਾ, क्योंकि सूक्ष्म ही इतना है, फिर व्यापक ही इतना है। साड़ी जो अखां दे नेड़े आ, जो जो साड़ी आ वेखो अखां नाल असीं अपने अख दे नाल असीं अपनी झिमणियां इन्हां नूं देख सकदे, अख दा जिहड़ा कोना जिहा इहनूं आपां थोड़ी देखदे, बाहर सारा कुछ वेखी जांदे पर अपनी ਉਹ चीज़ नहीं दिखदी सानूं। जो नेड़े तो नेड़े होवे ਉਹ देखिया नहीं जा सकदा, जो बहुत नेड़े तो नेड़े होवे ਉਹ नहीं देखिया जा सकदा। नेड़े तो नेड़े, व्यापक तो व्यापक, अखां विच ही व्यापक है, विशा किवें होवे। फिर सूक्ष्म तो सूक्ष्म है, फिर भी किदां विशा होवे। मन सूक्ष्म है, मन तो भी ज़्यादा सूक्ष्म है। मन दियां दो बिरतियां संकल्प विकल्प, ते महाराज कहते मन तू जोत स्वरूप है। हुण उत्थे आत्मा का भी वाचक है, मन ना भी कह सकते आपां, मन तू जोत स्वरूप है, तू जोत स्वरूप है। कि मन की संकल्प विकल्प बिरती है, दो बिरतियां, जिथे ਜਦੋਂ ਮਨ ਜਿਉਂਦਾ ਹੁੰਦਾ ਹੈ ਉਦੋਂ ਦੀ ਬਿਰਤੀਆਂ ਚਾਲੂ ਹੀ ਰਹਿੰਦੀਆਂ, ਸੰਕਲਪ ਵਿਕਲਪ। ਜਦੋਂ ਮਨ ਸ਼ਾਂਤ ਹੁੰਦਾ ਹੈ ਉਦੋਂ ਉਹਦਾ ਰੂਪ ਹੋ ਜਾਂਦਾ। ਫਿਰ ਜਿਹੜੀ ਲੂਣ ਦੀ ਡਲੀ ਆ ਉਹ ਸਮੁੰਦਰ ਵਿੱਚ ਜਾ ਕੇ ਸਮੁੰਦਰ ਦਾ ਕਥਨ ਨਹੀਂ ਕਰ ਸਕਦੀ, ਸਮੁੰਦਰ ਤੋਂ ਬਾਹਰ ਆਏਗੀ ਫਿਰ ਹੀ ਕਥਨ ਕਰੇਗੀ ਨਾ। ਮਨ ਜਦੋਂ ਆਤਮ ਸਰੂਪ 'ਚ ਲੀਨ ਹੁੰਦਾ ਉਦੋਂ ਉੱਥੇ ਕਥਨ ਨਹੀਂ ਕਰ ਸਕਦਾ ਹੈ। ਸੋ ਇੰਨੀ ਗੱਲ ਸਮਝ ਲਓ ਕਿ ਜੋ ਬ੍ਰਹਮ ਹੈ ਉਹ ਮਨ ਦਾ ਅਤੇ ਬਾਣੀ ਦਾ ਅਗੋਚਰ ਕਹੀਏ ਅਵਿਸ਼ਾ ਹੈ। ਮਨ ਬਾਣੀ ਕਰਕੇ ਉਹਨੂੰ ਸਮਝਿਆ ਨਹੀਂ ਜਾ ਸਕਦਾ, ਜਾਣਿਆ ਨਹੀਂ ਜਾ ਸਕਦਾ, ਕਿਉਂਕਿ ਬਹੁਤ ਸੂਖਮ ਤੋਂ ਸੂਖਮ ਹੈ, ਵਿਆਪਕ ਤੋਂ ਵਿਆਪਕ, ਇੰਨਾ ਵਿਆਪਕ ਹੈ ਅੰਤਰ ਬਾਹਰ, ਅੰਦਰ ਬਾਹਰ। ਫਿਰ ਉਹ ਵਿਸ਼ਾ ਕਿਵੇਂ ਹੋ ਸਕਦਾ? ਵਿਸ਼ਾ ਕਰਨ ਲਈ ਥੋੜ੍ਹਾ ਗੈਪ ਚਾਹੀਦਾ ਹੈ, ਥੋੜ੍ਹੀ ਅਸਥੂਲਪਣਾ ਚਾਹੀਦਾ ਹੈ, ਪਰ ਇਹ ਦੋਵੇਂ ਚੀਜ਼ਾਂ ਨਹੀਂ ਹੈ। ਨਾ ਤਾਂ ਸਥੂਲ ਵੀ ਹੈ, ਜੇ ਸਥੂਲ ਹੈ ਤਾਂ ਬਹੁਤ ਜ਼ਿਆਦਾ ਸਥੂਲ ਹੈ ਤਾਂ ਵੀ ਵਿਸ਼ਾ ਨਹੀਂ ਹੋ ਸਕਦਾ, ਜੇ ਬਹੁਤ ਵੱਡੀ ਚੀਜ਼ ਉਹ ਵੀ ਵਿਸ਼ਾ ਨਹੀਂ ਹੋ ਸਕਦੀ। ਉਹਦਾ ਕੀ ਕਥਨ ਕਰੋ, ਉਹਦੇ ਕੁਝ ਅੰਸ਼ ਵੇਖ ਲਓਗੇ, ਉਹਦਾ ਕਥਨ ਕੀ ਕਰੋ, ਕੁਝ ਕਥਨ ਕਰ ਸਕਦੇ ਤੁਸੀਂ। ਸੋ ਬ੍ਰਹਮ ਜੋ ਹੈ ਉਹ ਮਨ ਅਤੇ ਬਾਣੀ ਦਾ ਅਗੋਚਰ ਕੀ ਵਿਸ਼ਾ ਹੈ। शास्त्र अरु संत कहे अरु तिहावै, शास्त्र अरु संत कहे अरु तिहावै। कहते आ भी ਜਿਹੜੀ ਗੱਲ ਆ ਪਿਤਾਮਾ ਜੀ ਕਹਿੰਦੇ ਮੈਂ ਆਪਣੇ ਕੋਲੋਂ ਕਹਿ ਰਿਹਾ, ਕਿਤੇ ਨਹੀਂ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ। ਇਸ ਗੱਲ ਨੂੰ ਸ਼ਾਸਤਰ ਅਰੂ ਕਹੀਏ ਸਤੇ ਸੰਤ ਕਹਿੰਦੇ ਆ ਇਸੇ ਰੂਪ ਵਿੱਚ ਕਿ ਮਨ ਬਾਣੀ ਦਾ ਉਹ ਅਗੋਚਰ ਗਿਆ ਵਿਸ਼ਾ ਹੈ ਅਤੇ ਇਸੇ ਰੂਪ ਵਿੱਚ ਉਹ ਧਿਆਉਂਦੇ ਧਿਆਵੇਂ, ਇਸੇ ਰੂਪ ਵਿੱਚ ਕਹਿੰਦੇ ਨੇ, ਇਸੇ ਰੂਪ ਵਿੱਚ ਉਹ ਧਿਆਉਂਦੇ ਆ। ਭਾਵੇਂ ਕੋ ਵਿਸ਼ਾ ਨਹੀਂ ਫਿਰ ਵੀ ਉਸ ਨੂੰ ਧਿਆਉਂਦੇ ਆ, ਫਿਰ ਵੀ ਉਸ ਨੂੰ ਕਹਿੰਦੇ ਆ। ਠੀਕ ਹੈ, ਜੋ ਕਹਿਣ ਯੋਗ ਨਹੀਂ ਉਸ ਨੂੰ ਫਿਰ ਵੀ ਉਹ ਕਹਿੰਦੇ ਆ। ਸਤ ਸ਼ਾਸਤਰ, ਵੇਦ ਸ਼ਾਸਤਰ, ਸੰਤ। ਅਤੇ ਫਿਰ ਜੋ ਮਨ ਦਾ ਉਹ ਮਨ ਦਾ ਵੀ ਅਵਿਸ਼ੇ ਹੈ, ਮਨ ਦਾ ਵਿਸ਼ਾ ਨਹੀਂ ਹੈ, ਫਿਰ ਵੀ ਉਸ ਨੂੰ ਉਹ ਧਿਆਉਂਦੇ ਇਸੇ ਰੂਪ ਵਿੱਚ, ਜੋ ਉਹਦਾ ਸਰੂਪ ਹੈ ਉਸੇ ਰੂਪ ਵਿੱਚ ਧਿਆਉਂਦੇ ਉਹਨੂੰ ਕਹਿੰਦੇ। ਸੋ ਅੱਗੇ ਕਹਿੰਦੇ ਵੇਦ ਬਦੇ ਲੱਛਣਾਦਿਕ ਰੀਤੀ ਰੂ। ਜਦੋਂ ਇਹ ਮਨ ਬਾਣੀ ਦਾ ਵਿਸ਼ਾ ਹੀ ਨਹੀਂ ਹੈ ਫਿਰ ਤੁਸੀਂ ਕਿੱਥੋਂ ਕਹਿ ਰਹੇ ਹੋ ਗੱਲਾਂ ਸਾਰੀਆਂ? ਤਾਂ ਕਹਿੰਦੇ ਪਿਤਾਂਬਰ ਜੀ, ਕਹਿੰਦੇ ਵੇਦ ਬਦੇ, ਜਿਹੜਾ ਵੇਦ ਹੈ ਨਾ ਉਹ ਕਥਨ ਕਰਦਾ ਹੈ ਕਿਸ ਤਰ੍ਹਾਂ ਉਸ ਬ੍ਰਹਮ ਦਾ ਲੱਛਣਾਦਿਕ ਰੀਤੀ ਰੂ, ਲੱਛਣਾ ਆਦਿਕ ਦੀ ਰੀਤੀ ਨਾਲ। ਦੋ ਪ੍ਰਕਾਰ ਦੀ ਬਿਰਤੀ ਅੱਗੇ ਹੈਗੀ, ਇੱਕ ਸ਼ਕਤੀ ਬਿਰਤੀ, ਇੱਕ ਲਕਸ਼ਣਾ ਬਿਰਤੀ। ਠੀਕ ਆ, ਅਤੇ ਉਹ ਲਕਸ਼ਣਾ ਕਰਕੇ ਕਹਿੰਦੇ ਆ ਵੇਦ ਉਸ ਨੂੰ ਕਥਨ ਇਸ ਤਰ੍ਹਾਂ ਕਰਦਾ ਹੈ। ਵੇਦ ਬਦੇ, ਵੇਦ ਕਥਨ ਕਰਦਾ ਹੈ ਉਸ ਬ੍ਰਹਮ ਦਾ ਲੱਛਣਾ ਆਦਿਕ ਦੀ ਰੀਤੀ ਨਾਲ, ਲੱਛਣਾ ਕਰਕੇ। ਠੀਕ ਆ, ਅਤੇ ਉਹ ਵੀ ਅੱਗੇ ਆਏਗਾ। ਇੱਥੇ ਤਾਂ ਆਪਾਂ ਸੂਖਮ ਤੌਰ 'ਤੇ ਪੜ੍ਹਨਾ ਹੈ। ਵ੍ਰਿਤੀ ਵਿਆਪਤੀ ਜਨੋ ਮਨ ਲਾਵੈ। ਵ੍ਰਿਤੀ ਵਿਆਪਤੀ, ਵ੍ਰਿਤੀ ਵਿਆਪਤੀ ਦੁਆਰਾ
जनो हे जनो समझो मन लावे के मन लगा के अंतकरण विच धारण करो। ठीक है, बिरती व्याप्ति द्वारा समझो मन लगा के अंतकरण विच धारो निश्चय करके। ठीक है, क्योंकि दस्या ना शक्ति बिरती लक्षण बिरती हैगी अगे आदिक लिखा वो तो भाव है लक्षण आदक भी लक्षण ते शक्ति बिरती है। तो वेद का कथन करता उसनूं ब्रह्म उस ब्रह्म का लक्षण आदਿਕ रीति नाल। फिर विरती व्याप्ति जनो मन लावे विरती व्याप्ति द्वारा समझो मन लगा के अंतःकरण विच निश्चय करके धारण करो। शक्ति विरती द्वारा उसका कथन नहीं हुंदा। ठीक है, आत्मा का ब्रह्म का शक्ति विरती द्वारा नहीं कथन हुंदा, उसका लक्षण विरती करके हुंदा। सो इत्थे कहते वृत्ति व्याप्ति जनो मन लावें। देखो दो प्रकार की जिहड़ी आ एक विरती व्याप्ति ते फल व्याप्ति, ये दो सिद्धांत आउंदे आ शास्त्र विच। विचार सागर च चौथी तरंग विच उहदा विस्तार आउंदा है। हुण थोड़ा समझ लो भी फल व्याप्ति ते विरती व्याप्ति की है। जिवें कोई हनेरा है कमरे विच, उस हनेरे वाले कमरे विच कोई घड़ा पिया है, घड़े विच वस्तु ते ढक्कन पिया है। जदों आपां फिर उस जदों आप अंदर गए वो प्रकाश लै कोई बैटरी लैके गए तो वह जिहड़ा घड़ा है घड़े ते ढक्कन लाया, घड़े विच वस्तु पई, उसनूं टार्च मार के वेखिया वस्तु नूं ते वो वस्तु मिल गई आपां। मतलब घड़ा है, घड़े विच वस्तु पई, उत्ते ढक्कन पिया है। पदार्थ नूं देखण दे लई जदों जो बाहर दे प्रकाश की आवश्यकता होवे जरूर लोड़ पैंदी है, वो फल व्याप्ति हुंदी है। वो जिहड़ी वस्तु घड़े विच पई है वो प्रकाशक नहीं है, उसनूं वेखण वास्ते की लोड़, बाहरले प्रकाश की लोड़ पई है, लोड़ हुंदी है बाहरले प्रकाश की। तो वो हनेरे विच वो वस्तु अपन मिल गई तो उसदा पर्दा परे कीता। ठीक है, तो वो जिहड़ी वस्तु विच पई वो भी स्वयं प्रकाश नहीं है, तो उसनूं टार्च दे नाल वेखिया तो प्राप्त कर ली। एक तो घड़े ते ढक्कन परा कीता, दूसरा उस वस्तु नूं वेखण लई बाहर प्रकाश की लोड़ पई। ठीक है, जो कोई पदार्थ आ उन्होंने देखण दे लई जदों बाहर दे प्रकाश की आवश्यकता लोड़ हुंदी है, वो है फल व्याप्ति। ते दूसरी है वृत्ति व्याप्ति। जिथे आत्मा साक्षात करना है उत्थे केवल वृत्ति व्याप्ति की लोड़ है, जो आत्मा के उपर चढ़िया होया जिहड़ा अज्ञान का वर्ण है ना कि मैं ब्रह्म नहीं हूँ, उस वर्ण नूं भंग कर देवे। जिवें वो घड़े दे विच हीरा पिया है, उस उपर ढक्कन पिया है, हुण उस उपर ढक्कन पिया है, वो की करना, उस किसी टार्च की लोड़ नहीं है, जां घड़े विच दीवा पिया है तो उत्ते ढक्कन पिया है, वो बस आपां की करना घड़े दे उपर जो ढक्कन पिया उन्होंने परे करना। दीवे नूं ते प्रकाश की लोड़ नहीं कि टार्च नाल दीवा वेखना, दीवा तो स्वयं प्रकाश है। खाली वो पर्दा जो है आवरण है जो ढक्कन उस नूं परे करना है। ठीक है, वो हुंदी वृत्ति व्याप्ति। वृत्ति व्याप्ति ते आत्मा नूं साक्षात करना उत्थे केवल वृत्ति व्याप्ति की लोड़ है, जो आत्मा के उपर चढ़िया ज्ञान वर्ण नूं भंग कर दे। बस जिवें घड़े में जो दीवा पिया है, बस वो ढक्कन की परे करने की लोड़ है, परे करता वो अपने आप ही दीवा जिहड़ा वो प्रकाशमान ही है, उसने बस प्रकाश कर देना है। इस तरह जो आत्मा है ना, आत्मा है स्वयं प्रकाश। उस उपर ढक्कन किहड़ा है, वर्ण पर्दा किहड़ा है, वो पर्दा है अज्ञान का। अज्ञान की है कि मैं ब्रह्म नहीं हो सकता, मैं ब्रह्म नहीं हाँ। फिर उसनूं भंग कर लई, उसनूं अवर्ण नूं खत्म कर ली, किस दी जरूरत है,
ਬਿਰਤੀ ਵਿਆਪਤੀ ਦੀ। ਅੰਗ ਅੰਗ ਬਿਰਤੀ ਕਿਹੜੀ? ਮੈਂ ਬ੍ਰਹਮ ਹਾਂ, ਮੈਂ ਬ੍ਰਹਮ ਹਾਂ, ਮੈਂ ਬ੍ਰਹਮ ਹਾਂ, ਮੈਂ ਬ੍ਰਹਮ ਹਾਂ। ਇਸ ਬਿਰਤੀ ਦੇ ਦੁਆਰਾ ਜਿਹੜਾ ਅਗਿਆਨ ਦਾ ਪਰਦਾ, ਆਵਰਨ, ਉਹ ਢੱਕਣ ਆਤਮਾ ਰੂਪ ਹੀਰੇ ਦੇ ਜਾਂ ਦੀਵੇ 'ਤੇ ਪਿਆ ਹੋਇਆ ਹੈ, ਉਸ ਨੂੰ ਪਰੇ ਕਰਨਾ। ਜਦੋਂ ਅੰਗ ਅੰਗ ਮੈਂ ਬ੍ਰਹਮ ਹਾਂ, ਮੈਂ ਬ੍ਰਹਮ ਹਾਂ, ਮੈਂ ਬ੍ਰਹਮ ਹਾਂ, ਇਹਦਾ ਅਭਿਆਸ ਕਰੀਏ, ਫਿਰ ਉਹ ਆਵਰਨ ਦਾ ਪਰਦਾ ਖਤਮ ਹੋ ਜਾਂਦਾ। ਜਦੋਂ ਹੀ ਉਹ ਪਰਦਾ ਉਤਰ ਗਿਆ, ਜਦੋਂ ਢੱਕਣ ਉਤਰ ਗਿਆ, ਤਾਂ ਆਤਮਾ ਦੇ ਸਵੈਂ ਪ੍ਰਕਾਸ਼ ਹੈ। ਉਸ ਨੂੰ ਪ੍ਰਕਾਸ਼ਕਾਂ ਦੀ ਲੋੜ ਨਹੀਂ, ਉਸ ਨੂੰ ਕਿਸੇ ਸੂਰਜ ਦੀ ਰੋਸ਼ਨੀ ਦੀ ਲੋੜ ਨਹੀਂ, ਕਿਸੇ ਨੂੰ ਟਾਰਚ ਦੀ ਲੋੜ ਨਹੀਂ। ਉਸ ਆਤਮਾ ਦੇ ਸਵੈਂ ਪ੍ਰਕਾਸ਼ ਹੈ। ਬਸ ਉਹ ਪਰਦਾ ਹੀ ਪਰੇ ਕਰਨਾ ਹੈ, ਉਹ ਢੱਕਣ ਹੀ ਪਰੇ ਕਰਨਾ ਹੈ। ਅਤੇ ਉਹ ਢੱਕਣ ਕਿੱਦਾਂ ਪਰੇ ਕਿਵੇਂ ਆਵਰਨ ਅਗਿਆਨ ਦਾ ਪਰਦਾ ਢੱਕਣ ਕਿਵੇਂ ਪਰੇ ਹੋਣਾ ਹੈ? ਉਹ ਹੋਣਾ ਹੈ ਮੈਂ ਬ੍ਰਹਮ ਹਾਂ, ਮੈਂ ਬ੍ਰਹਮ ਹਾਂ, ਮੈਂ ਬ੍ਰਹਮ ਹਾਂ। ਇਹ ਬਿਰਤੀ ਵਿਆਪਤੀ ਦੁਆਰਾ। ਠੀਕ ਹੈ। ਫਲ ਵਿਆਪਤੀ ਜ਼ਰੂਰਤ ਨਹੀਂ ਹੈ। ਹੁਣ ਜਿੱਦਾਂ ਜਿਹੜਾ ਸੰਸਾਰ ਦੇ ਸਾਰੇ ਗਿਆਨ ਵਾਸਤੇ ਬਿਰਤੀ ਵਿਆਪਤੀ, ਫਲ ਵਿਆਪਤੀ ਦੀ ਲੋੜ ਹੈ, ਪਰ ਆਤਮਾ ਲਈ ਨਹੀਂ। ਆਤਮਾ ਲਈ ਸਿਰਫ ਬਿਰਤੀ ਵਿਆਪਤੀ ਦੀ ਲੋੜ ਹੈ, ਉਹਦੇ ਫਲ ਵਿਆਪਤੀ ਦੀ ਲੋੜ ਨਹੀਂ, ਕਿਉਂਕਿ ਆਤਮਾ ਸਵੈਂ ਪ੍ਰਕਾਸ਼ ਹੈ, ਉਹਨੂੰ ਕਿਸੇ ਪ੍ਰਕਾਸ਼ ਦੀ ਜ਼ਰੂਰਤ ਨਹੀਂ ਹੈ। ਹੁਣ ਸੂਰਜ ਨੂੰ ਵੇਖਣ ਲਈ ਕਿਸੇ ਟਾਰਚ ਦੀ ਲੋੜ ਨਹੀਂ, ਲੋੜ। ਸੂਰਜ ਸਵੈਂ ਪ੍ਰਕਾਸ਼ ਹੈ ਨਾ, ਕਹਿਣ ਮਾਤਰ ਕਹਿ ਰਹੇ ਹਾਂ। ਇਸੇ ਤਰ੍ਹਾਂ ਆਤਮਾ ਜੋ ਹੈ ਉਹ ਸਵੈਂ ਪ੍ਰਕਾਸ਼ ਹੈ, ਉਸ ਨੂੰ ਕਿਸੇ ਵੀ ਪਰ ਪ੍ਰਕਾਸ਼ ਦੀ ਜ਼ਰੂਰਤ ਨਹੀਂ ਹੈ, ਪਰਾਏ ਪ੍ਰਕਾਸ਼ ਦੀ ਜ਼ਰੂਰਤ ਨਹੀਂ। ਬਸ ਉਹ ਅਗਿਆਨ ਦਾ, ਆਵਰਨ ਦਾ ਜਿਹੜਾ ਪਰਦਾ ਹੈ, ਉਹਨੂੰ ਹੀ ਪਾਸੇ ਕਰਨਾ। ਉਹ ਹੈ ਬਿਰਤੀ ਵਿਆਪਤੀ। ਬਿਰਤੀ ਵਿਆਪਤੀ ਹੈ ਮੈਂ ਬ੍ਰਹਮ ਹਾਂ, ਮੈਂ ਬ੍ਰਹਮ ਹਾਂ, ਮੈਂ ਬ੍ਰਹਮ ਹਾਂ। ਮੈਂ ਜਦੋਂ ਮੈਂ ਬ੍ਰਹਮ ਹਾਂ ਇਹ ਬਿਰਤੀ ਦਾ ਅਭਿਆਸ ਕੀਤਾ, ਗੁਰੂ ਦੀ ਕਿਰਪਾ ਹੋਈ, ਉਹ ਗਿਆਨ ਦਾ ਪਰਦਾ ਜਿਹੜਾ ਹੈ ਕਿ ਮੈਂ ਨਹੀਂ ਬ੍ਰਹਮ ਹਾਂ, ਉਹ ਪਾਸੇ ਹੋ ਜਾਣਾ, ਉਹ ਢੱਕਣ ਪਾਸੇ ਹੋ ਜਾਣਾ, ਅਤੇ ਆਤਮ ਸਵੈਂ ਪ੍ਰਕਾਸ਼ ਆਪੇ ਆਪ ਪ੍ਰਗਟ ਹੋ ਜਾਣੀ। ਇਸ ਕਰਕੇ ਆਤਮ ਸਾਖਸ਼ਤ ਕਰਨ ਵਾਸਤੇ ਕੇਵਲ ਬਿਰਤੀ ਵਿਆਪਤੀ ਦੀ ਜ਼ਰੂਰਤ ਹੈ। ਉਹ ਗੱਲ ਇੱਥੇ ਕਹਿ ਰਹੇ ਆ ਕਿ ਬਿਰਤੀ ਵਿਆਪਤੀ ਜਦੋਂ ਮੰਨ ਲਵੇ, ਉਹਦੇ ਵਿੱਚ ਮਨ ਲਾਵੇ, ਉਹਦੇ 'ਚ ਮਨ ਟਿਕਾਵੇ। ਹੈ ਜੋ ਸਦਾਦੀ ਵਿਦੇ ਵਿਸ਼ੇਸ਼ਣ। ਫਿਰ ਜੋ ਹੈ ਸਤ ਆਦਿਕ ਭਾਵ ਸਤ ਚਿਤ ਆਨੰਦ ਆਦਿਕ ਵਿਦੇ ਵਿਸ਼ੇਸ਼ਣ ਹੈ। ਠੀਕ ਆ। ਵੇ ਅਸਤ ਆਦਿਕ ਭਿੰਨ ਕਹਾਵੇਂ। ਵੇ ਕਹੀਏ ਇਹ ਅਸਤ ਆਦਿਕ, ਅਸਤ ਭਾਵ ਸਤ ਆਦਿਕ ਭਾਵ ਸਤ ਚਿਤ ਆਨੰਦ, ਅਤੇ ਅਸਤ ਆਦਿਕ ਭਾਵ ਇਹ ਅਸਤ ਅਤੇ ਜੜ ਦੁੱਖ ਆਦਿਕ ਤੋਂ ਭਿੰਨ ਕਹਾਉਂਦੇ ਆ ਆਪਣੇ ਆਪ ਨੂੰ। ਠੀਕ ਆ। ਅਤੇ ਪਿੱਛੇ ਕੀ ਬਚਿਆ? ਸਤ ਚਿਤ ਆਨੰਦ ਬਚਿਆ। ਵੈਸੇ ਤਾਂ ਆ ਵੀ ਕਹਿਣ ਦੀ ਲੋੜ ਨਹੀਂ ਹੈ ਕਿ ਉਹ ਸਤ ਹੈ ਬ੍ਰਹਮ, ਉਹ ਚਿੱਤ ਹੈ, ਉਹ ਆਨੰਦ ਹੈ। ਇਹ ਵੇਦ ਨੂੰ ਕਿਉਂ ਲੋੜ ਪੈ ਗਈ ਕਹਿਣ ਦੀ? ਸੰਤਾਂ ਮਹੰਤਾਂ ਨੂੰ ਕਿਉਂ ਪੈ ਗਈ ਲੋੜ ਕਹਿਣ ਦੀ? ਠੀਕ ਹੈ। ਕਿਉਂ ਲੋੜ ਪੈ ਗਈ? ਕਿਉਂਕਿ ਉਹਨੂੰ ਕਹਿਣ ਦੀ ਲੋੜ ਤਾਂ ਹੈ ਨਹੀਂ। ਜਦੋਂ ਕਿ ਹੈ ਉਹ ਅਦਿੱਤੀ ਬ੍ਰਹਮੀ ਸਾਰੇ ਪਾਸੇ, ਜਦੋਂ ਹੈ ਹੀ ਉਹ ਇਕੱਲਾ ਕੇਵਲ ਬ੍ਰਹਮੀ, ਅਦਵਿਤੀ ਬ੍ਰਹਮੀ, ਫਿਰ ਆਹ ਗੱਲ ਕਹਿਣ ਦੀ ਲੋੜ ਕਿਉਂ ਪੈ ਗਈ ਕਿ ਉਹ ਸਤ ਹੈ, ਉਹ ਚਿੱਤ ਹੈ, ਉਹ ਆਨੰਦ ਸਰੂਪ ਹੈ? ਇਹ ਕਹਿਣ ਦੀ ਲੋੜ ਕਿਉਂ ਪੈ ਗਈ? ਵੇਖੋ ਗੱਲ ਵੀ ਚਲੀ ਆ ਕਿ ਅਸੀਂ ਜੋ ਸੰਸਾਰ ਵਿੱਚ ਐਂ ਫਸੇ ਹੋਏ, ਅਤੇ ਸਾਡਾ ਅਨੁਭਵ ਕੀ ਆ? ਅਸਤ ਪੁਣੇ ਦਾ, ਜੜ ਦਾ, ਦੁੱਖ ਦਾ। ਅਸੀਂ ਅਗਿਆਨੀ ਹਾਂ, ਅਸਤ ਰੂਪ ਹਾਂ, ਫਿਰ ਦੁੱਖ ਹੀ ਦੁੱਖ ਸਾਨੂੰ ਅਨੁਭਵ ਹੁੰਦਾ। ਸਾਡਾ ਅਨੁਭਵ ਕੀ ਆ? ਅਸਤ ਜੜ ਦੁੱਖ ਦਾ। ਅਤੇ ਮੁਨੀ ਜਨਾਂ ਨੂੰ ਇਹ ਦੱਸਣ ਲਈ ਕਿ ਵੇਖ ਤੇਰਾ ਜੋ ਅਨੁਭਵ ਹੈ ਨਾ ਅਸਤ ਪੁਣੇ ਦਾ, ਜੜ ਪੁਣੇ ਦਾ, ਦੁੱਖ ਰੂਪ ਦਾ, ਅਤੇ ਦੁੱਖ ਬ੍ਰਹਮ ਐਸਾ ਨਹੀਂ ਹੈ। ਤੂੰ ਭਾਵ ਐਸਾ ਨਹੀਂ ਹੈ, ਤੂੰ ਅਸਤ ਨਹੀਂ ਹੈ, ਤੂੰ ਜੜ ਨਹੀਂ ਹੈ, ਤੂੰ ਮਰਦਾ ਨਹੀਂ ਹੈ, ਤੂੰ ਅਗਿਆਨੀ ਨਹੀਂ ਹੈ, ਤੂੰ ਦੁੱਖ ਰੂਪ ਨਹੀਂ ਹੈ। ਜਾਂ ਜਿਵੇਂ ਸਾਡੀ ਹੁਣ ਬਿਰਤੀ ਹੈ,
ਅਸੀਂ ਹੁਣ ਸਾਰੇ ਸੱਤਪੁਣੇ 'ਚ ਹੀ ਪਏ ਰਹੇ ਨਾ, ਜੜ ਦੁੱਖ 'ਚ ਇਸੇ ਵਿੱਚ ਫਸੇ ਹੋਏ ਹਾਂ। ਸੰਸਾਰ ਅੰਤ ਵਾਲਾ ਹੈ, ਅਸੀਂ ਸਾਡਾ ਇੰਨਾ ਹੀ ਅਨੁਭਵ ਹੈ ਨਾ। ਇਹਨਾਂ ਗੱਲਾਂ ਨੂੰ ਦੱਸਣ ਲਈ ਕਿ ਨਹੀਂ, ਬ੍ਰਹਮ ਐਸਾ ਨਹੀਂ ਹੈ, ਬ੍ਰਹਮ ਇਸ ਤੋਂ ਅਲੱਗ ਹੈ, ਬ੍ਰਹਮ ਸਤ ਹੈ, ਬ੍ਰਹਮ ਚਿੱਤ ਹੈ, ਉਹ ਆਨੰਦ ਸਰੂਪ ਹੈ, ਉਹ ਅਨੰਤ ਹੈ। ਇਹ ਤਾਂ ਕਰਕੇ ਜਿਹੜਾ ਹੈ ਨਾ, ਇਹ ਸਭ ਰਿਸ਼ੀ ਮੁਨੀ ਜਨਾਂ ਨੂੰ ਕਹਿਣਾ ਪਿਆ। ਉਂਝ ਇਹ ਲੋੜ ਨਹੀਂ ਹੈ, ਇਹਨਾਂ ਗੱਲਾਂ ਦੀ ਕੁਝ ਵੀ ਕਥਨ ਕਰਨ ਦੀ ਜ਼ਰੂਰਤ ਨਹੀਂ ਹੈ, ਬਸ ਇਹ ਸਮਝਾਉਣ ਵਾਸਤੇ। ਜਿਵੇਂ ਹੁਣ ਇੱਥੇ ਵੀ ਪ੍ਰਸ਼ਨ ਹੋ ਗਿਆ ਨਾ, ਵੀ ਅੱਗੇ ਪ੍ਰਸ਼ਨ ਉਹ ਕਰਦੇ ਆਪਣੇ ਮਨ ਪਰ ਵੀ ਤੁਸੀਂ ਕਹਿੰਦੇ, ਜਦੋਂ ਸਮਝ ਲਓ ਵੀ ਜੋ ਬਾਣੀ ਦਾ ਵਿਸ਼ਾ ਹੀ ਨਹੀਂ ਹੈ, ਤੁਸੀਂ ਕਥਨ ਕਿੱਦਾਂ ਕਰੀ ਜਾਂਦੇ। ਫਿਰ ਉਹਨੂੰ ਸਮਝਾਉਣ ਵਾਸਤੇ ਗੱਲ ਕਹਿਣੀ ਪੈਂਦੀ ਹੈ ਵੀ ਇਸ ਕਰਕੇ ਕਹਿ ਰਹੇ ਹਾਂ, ਇਹ ਗੱਲ ਤੈਨੂੰ ਸਮਝਾਉਣ ਵਾਸਤੇ ਗੱਲ ਕਹੀ ਜਾ ਰਹੀ, ਉਹੀ ਇੱਥੇ ਵਿਸ਼ਾ ਹੈ ਜੋ ਸਦ ਆਦਿਕ ਦੇ ਵਿਸ਼ੇਸ਼ਣ ਹਨ। ਜਿਹੜੇ ਸਦ ਚਿਤ ਆਨੰਦ ਆਦਿਕ ਵਿਸ਼ੇਸ਼ਣ ਆਪਾਂ ਪੜ੍ਹੇ ਆ ਸਤਵੀਂ ਕਲਾ 'ਚ ਸਾਰੇ ਵਿਸਥਾਰ ਨਾਲ। ਵੇ ਅਸਤ ਆਦਿਕ ਭਿੰਨ ਕਹਾਵੇ, ਉਹ ਅਸਤ ਦੁੱਖ ਜੜ ਤੋਂ ਭਿੰਨ ਕਹਾਉਂਦੇ ਹੈ। ਦਸਣ ਮਤ ਸਤ ਅਪੇक्षक ਆਦਿ ਵਿਰੋਧੀ ਜੋ। ਫਿਰ ਅੱਗੇ ਕਹਿ ਰਹੇ ਹਾਂ, ਸਤ ਜੋ ਸਤ ਅਪੇक्षक ਤੋਂ ਆਦ ਕੀ ਹੈ, ਵਿਰਤੀ ਗਿਆਨ ਵਿਸ਼ੇ ਆਨੰਦ ਆਦਿਕ, ਇਹ ਜੋ ਵਿਰੋਧੀ ਅੰਸ਼ ਹੈ, ਠੀਕ ਆ। ਅੰਸ਼ ਤਜੀ ਪਰਮਾਰਥ ਲਿਖਾਵੈ, ਇਸ ਨੂੰ ਇਹ ਜੋ ਵਿਰੋਧੀ ਅੰਸ਼ ਆ ਨਾ, ਜੋ ਅੰਸ਼ ਭਾਵ ਜੋ ਅੰਸ਼ ਵਿਰੋਧੀ ਅੰਸ਼ ਆ, ਇਹਨੂੰ ਤਜੀ ਕੇ ਤਿਆਗ ਕੇ ਪਿੱਛੋਂ ਜੋ ਬਚਿਆ ਵਾਸਤ ਰੂਪ, ਪਿੱਛੋਂ ਜੋ ਬਚਿਆ ਵਾਸਤ ਰੂਪ ਜੋ ਨਿਰਪੇਕਸ਼ ਸੱਤ ਚੇਤਨ ਰੂਪ ਗਿਆਨ ਅਤੇ ਸਰੂਪਾਨੰਦ ਆਦਿਕ, ਇਹਨਾਂ ਨੂੰ ਲਕਸ਼ਣਾ ਕਰਕੇ ਬੋਧਨ ਕਰਾਉਂਦੇ। ਆਹ ਤੁਸੀਂ ਇਸ ਲਈ ਟਿੱਪਣੀਆਂ ਲਿਖੀਆਂ ਨਾ, ਵੇਖੋ ਤੁਸੀਂ। ਸਤ ਅਪੇक्षक ਆਦਿ, ਆਦਿ ਭਾਵ 144 ਨੰਬਰ ਟਿੱਪਣੀ। ਸਤ ਅਪੇक्षक, ਸਤ ਅਪੇक्षक ਆਦਿ ਵਿਰੋਧੀ ਜੋ ਅੰਸ਼ ਹੈ। ਜਿੱਦਾਂ ਸਤ ਅਪੇक्षक, ਇਸ ਤੋਂ ਆਦਿਕ ਕੀ ਆ, ਉਹ ਲਿਖਿਆ ਅਪੇक्षक ਸੱਤ ਹੈ, ਜਿਹਨੂੰ ਜਿਸ ਨੂੰ ਕਿਸੇ ਦੀ ਅਪੇक्षा ਸੱਤ ਨੂੰ, ਠੀਕ ਹੈ। ਉਹ ਅੱਗੇ ਸਾਰਾ ਆਪਾਂ ਟਿੱਪਣੀ ਪੜ੍ਹਨੀ ਆ, ਉਸ ਵਿਸਥਾਰ ਨਾਲ ਦੱਸ ਦਾਂਗੇ। ਇੱਥੇ ਇੰਨਾ ਹੀ ਆ ਕਿ ਸਤ ਅਪੇक्षक ਸੱਤ ਟਿੱਪਣੀ ਆਦਿ ਲਿਖਿਆ ਵ੍ਰਿਤੀ ਗਿਆਨ, ਆਦਿ ਤੋਂ ਬਾਅਦ ਵ੍ਰਿਤੀ ਗਿਆਨ ਔਰ ਵਿਸ਼ਾ ਆਦਿਕ ਵਿਰੋਧੀ ਜੋ ਅੰਸ਼, ਇਹ ਵਿਰੋਧੀ ਅੰਸ਼ ਹੈ। ਸੱਤ ਪਦ ਜੋ ਹੈ ਨਾ, ਉਹਦੇ ਦੋ ਜਿਹੜੇ ਆ ਅਰਥ ਹੁੰਦੇ, ਇੱਕ ਵਾਚਯ ਇੱਕ ਲਕਸ਼ ਹੈ। ਅਤੇ ਜੋ ਵਾਚਯ ਉਹ ਵਾਚਯ ਵਿੱਚੋਂ ਜੋ ਦੋ ਆ, ਜੋ ਸੱਤ ਪਦ ਦੇ ਵਾਚਯ ਨਾ ਦੋ ਕਹਾਉਂਦੇ ਆ ਨਾ ਅੰਸ਼, ਉਹਨਾਂ ਵਿੱਚੋਂ ਇੱਕ ਨੂੰ ਗ੍ਰਹਿਣ ਕਰਨਾ ਹੈ, ਇੱਕ ਨੂੰ ਤਿਆਗ ਕਰਨਾ ਹੈ, ਵਿਰੋਧੀ ਅੰਸ਼ ਨੂੰ ਛੱਡ ਦੇਣਾ ਹੈ। ਉਹੀ ਗੱਲ 'ਤੇ ਕਹਿ ਰਹੇ ਆ ਕਿ ਤਾਂ ਕੋ ਤਿਆਗੀ ਕੇ, ਉਸ ਨੂੰ ਤਿਆਗੀ। ਟਿੱਪਣੀ 'ਚ ਲਿਖ ਗਿਆ ਵੀ ਵ੍ਰਿਤੀ ਔਰ ਵਿਸ਼ਾ ਆਨੰਦ ਆਦਿਕ ਵਿਰੋਧੀ ਜੋ ਅੰਸ਼ ਹੈ, ਤਾਂ ਕੋ ਤਿਆਗੀ, ਉਹਨੂੰ ਤਿਆਗ ਕੇ ਅਤੇ ਫਿਰ ਪਰਮਾਰਥ ਲਿਖਾਵੇ। ਪਰਮਾਰਥ ਟਿੱਪਣੀ ਦਿੱਤੀ ਉਹਨਾਂ ਨੇ, ਵਾਸਤਵ ਰੂਪ ਜੋ, ਵਾਸਤਵ ਜੋ ਅਸਲ ਰੂਪ ਵਿੱਚ ਜੋ ਨਿਰਪੇਕਸ਼ ਸੱਤ, ਜਿਹਨੂੰ ਜਿਸ ਸੱਤ ਨੂੰ ਕਿਸੇ ਦੀ ਨਿਰਪੇਕਸ਼ਾ ਨਹੀਂ ਹੈ, ਜਿਸ ਸੱਤ ਨਾਲ ਕਿਸੇ ਦੀ ਤੁਲਨਾ ਨਹੀਂ ਹੈ, ਠੀਕ ਹੈ। ਅਤੇ ਉਹ ਚੇਤਨ ਰੂਪ ਗਿਆਨ ਔਰ ਵ੍ਰਿਤੀ ਦਾ ਵਿਰੋਧੀ ਗਿਆ ਚੇਤਨ ਰੂਪ ਗਿਆਨ, ਵਿਸ਼ਾ ਆਨੰਦ ਦਾ ਗਿਆ ਸਰੂਪਾਨੰਦ ਗਿਆਨ। ਇਸ ਤਰ੍ਹਾਂ ਆਦਿਕ ਤਾਂ ਕੋ ਲਕਸ਼ਣ ਸੇ ਬੋਧਨ ਕਰੇ, ਉਸ ਨੂੰ ਲਕਸ਼ਣਾਂ ਨਾਲ ਬੋਧਨ ਕਰੇ ਹੈ, ਉਹਨੂੰ ਬੋਧਨ ਕਰੇ, ਉਹਦਾ ਬੋਧ ਕਰੇ। ਅਤੇ ਲਕਸ਼ਣਾਂ ਦੇ ਨਾਲ ਉਹ ਸਿੱਧੀ ਉਹਦੀ ਹੁੰਦੀ ਹੈ, ਠੀਕ ਆ। ਉਹਦਾ ਅੱਗੇ ਸਾਰਾ ਵਿਸਥਾਰ ਆਪਣਾ ਆ ਜਾਣਾ ਹੈ। ਲਕਸ਼ਣਾ ਕਰਕੇ ਕੇਵਲ ਬ੍ਰਹਮ ਚੇਤਨ ਦਾ ਹੀ ਲਕਸ਼ਣਾ ਕਰਨੀ ਆ, ਅਤੇ ਦੂਜੇ ਵਿਰੋਧੀ ਅੰਸ਼ ਦਾ ਤਿਆਗ ਕਰ ਦੇਣਾ। ਉਹ ਸਾਰਾ ਟਿੱਪਣੀ 'ਚ ਆਏਗਾ, ਮੈਂ ਦੱਸ ਦਿਆਂਗਾ। ਹੈ ਜੋ ਅਨੰਤ ਅਖੰਡ ਅਸੰਗ ਰੂ, ਫਿਰ ਹੈਗੇ ਹਨ ਜੋ ਅਨੰਤ ਅਖੰਡ ਅਸੰਗ ਰੂ ਗਈ ਅਤੇ
ਅਦਵੈ ਆਦਿ ਨਿਸ਼ੇਧ ਰਹਾਵੈ। ਫਿਰ ਅਦਵੈ ਆਦਿ ਜਿਹੜੇ ਨਿਸ਼ੇਧ ਰਹਿੰਦੇ ਹਨ। ਵੇ ਪਰਪੰਚ ਨਿਸ਼ੇਧ ਕਰੀ ਅਵ। ਵੇ ਕਹੀਏ ਇਹ ਸਾਰੇ ਪਰਪੰਚ ਦਾ ਨਿਸ਼ੇਧ ਕਰਦੇ ਹਨ। ਕੀ ਅਖੰਡ ਕਹਿਣ ਨਾਲ ਖੰਡ ਦਾ ਨਿਸ਼ੇਧ, ਅਨੰਤ ਕਹਿਣ ਨਾਲ ਜੋ ਪਰਪੰਚ ਹੈ ਅੰਤ ਵਾਲਾ ਉਹਦਾ ਨਿਸ਼ੇਧ ਹੋ ਜਾਂਦਾ ਹੈ। ਜੋ ਸੰਗ ਵਾਲਾ ਪਰਪੰਚ ਹੈ ਅਸੰਗ ਕਹਿਣ ਨਾਲ ਉਸ ਸੰਗ ਵਾਲੇ ਪਰਪੰਚ ਦਾ ਨਿਸ਼ੇਧ ਹੋ ਜਾਂਦਾ ਹੈ। ਨਿਸ਼ੇਧ ਕਰਕੇ ਅਵਸ਼ੇਸ਼ਿਤ ਵਸਤੂ ਗਿਰਾ ਬਿਨ ਗਾਵੈ। ਫਿਰ ਅਵਸ਼ੇਸ਼ਿਤ ਉਹਦਾ ਅਵ ਸ਼ਬਦ ਨੂੰ ਉਹਨੂੰ ਇੱਧਰ ਲਾਉਣਾ, ਸੰਬੰਧਕ ਕਰਨਾ ਇੱਧਰ ਅਰਥ ਵਾਸਤੇ। ਅਵਸ਼ੇਸ਼ਿਤ ਭਾਵ ਇਹ ਸਾਰੇ ਪਰਪੰਚ ਦਾ ਨਿਸ਼ੇਧ ਕਰਕੇ ਅਤੇ ਅਵਸ਼ੇਸ਼ਿਤ ਕਹੀਏ ਬਚੀ ਹੋਈ ਜੋ ਵਸਤੂ ਆ, ਬਚੀ ਹੋਈ ਵਸਤੂ ਗਿਰਾ ਬਿਨ ਭਾਵ ਬਾਣੀ ਤੋਂ ਬਿਨਾਂ ਗਾਉਂਦੇ ਹਨ, ਕਥਨ ਕਰਦੇ ਹਨ ਬ੍ਰਹਮ ਦਾ। ਜਿਹੜੇ ਵੇ ਪਰਪੰਚ ਨਿਸ਼ੇਧ ਕਰੀ, ਇਹ ਸਾਰੇ ਪਰਪੰਚ ਦਾ ਜਿਹੜਾ ਭਲਾ ਕਿਹੜੇ, ਜਿਵੇਂ ਵਿਸ਼ੇਸ਼ਣ ਹੈ ਨਾ ਨਿਸ਼ੇਧ ਵਿਸ਼ੇਸ਼ਣ ਅਨੰਤ ਅਖੰਡ। ਜਦੋਂ ਅਨੰਤ ਕਹਿ ਦਿੱਤਾ ਫਿਰ ਜੋ ਅੰਤ ਵਾਲਾ ਹੈ ਪਰਪੰਚ ਉਹਦਾ ਨਿਸ਼ੇਧ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਨਿਸ਼ੇਧ ਕਰਕੇ ਪਰਪੰਚ ਦਾ ਅਤੇ ਬਾਕੀ ਜੋ ਕੀ ਬਚ ਗਿਆ ਪਰਪੰਚ ਦਾ ਨਿਸ਼ੇਧ ਕਰਦਾ ਉਹ ਗਿਰਾ ਬਿਨਾ ਬਾਣੀ ਤੋਂ ਬਿਨਾਂ ਗਾਇਆ ਜਾਂਦਾ ਹੈ। ਜਦੋਂ ਨਿਸ਼ੇਧ ਕਰਦਾ ਪਰਪੰਚ ਦਾ ਨਿਸ਼ੇਧ ਕਰਦਾ ਤਾਂ ਫਿਰ ਬਿਨਾਂ ਬਾਣੀ ਤੋਂ ਗਾਇਆ ਜਾ ਸਕਦਾ, ਫਿਰ ਉਹਨੂੰ ਕਹਿਣ ਦੀ ਲੋੜ ਨਹੀਂ ਹੈਗੀ। ਠੀਕ ਆ। ਜਦੋਂ ਪਰਪੰਚੀ ਦਾ ਮਤਲਬ ਪਰਪੰਚੀ ਖਤਮ ਕਰਦਾ ਫਿਰ ਦੂਜਾ ਕਹਿਣ ਦੀ ਕੀ ਲੋੜ ਹੈ, ਪਰਪੰਚ ਕਰਕੇ ਤਾਂ ਕਹਿਣਾ ਪੈਂਦਾ ਹੈ। ਹੁਣ ਸਾਰੇ ਲੋਕਾਂ ਨੇ ਪਰਮਾਤਮਾ, ਕਿਸੇ ਨੇ 2 ਮੰਨੇ, ਕਿਸੇ ਨੇ 3 ਮੰਨੇ, ਕਿਸੇ ਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ 3 ਪਰਮਾਤਮਾ ਮੰਨੇ। ਮੁਸਲਮਾਨਾਂ ਨੇ ਪੈਗੰਬਰ ਅਤੇ ਇਸੇ ਤਰ੍ਹਾਂ ਹੋਰ ਖੁਦਾ ਮੰਨਿਆ। ਮਹਾਰਾਜ ਨੂੰ ਤਾਂ ਹੀ ਇੱਕ ਕਹਿਣਾ ਪਿਆ ਨਾ, ਇੱਕ ਕਹਿਣ ਦੀ ਲੋੜ ਕੀ ਸੀ, ਇੱਕ ਕਹਿਣ ਦੀ ਲੋੜ ਹੀ ਨਹੀਂ ਸੀ। ਉਹ ਸਮਝਾਉਣ ਵਾਸਤੇ ਮਹਾਰਾਜ ਨੇ ਕਿਹਾ। ਸਤਿਗੁਰੂ ਮਹਾਰਾਜ ਗਿਆਨਨ ਮੈਂ ਗਿਆਨੀ ਗੁਰੂ ਨਾਨਕ ਦੇਵ ਮਹਾਰਾਜ। ਇੱਕ ਕਿਉਂ ਕਹਿਣਾ ਪਿਆ, ਇਸੇ ਕਰਕੇ ਹੀ ਕਹਿਣਾ ਪਿਆ ਮਹਾਰਾਜ ਨੂੰ ਕਿ ਉਹ ਇੱਕ ਹੈ, ਤੁਸੀਂ 2 ਕਿਤੇ ਤਾਂ ਕਰਕੇ ਇੱਕ, ਨਹੀਂ ਕਹਿਣ ਦੀ ਲੋੜ ਹੀ ਨਹੀਂ ਸੀ। ਅਨੰਤ ਕਿਉਂ ਕਹਿਣਾ ਪਿਆ ਹੈ, ਪਰਪੰਚ ਦਾ ਨਿਸ਼ੇਧ ਕਰਨ ਵਾਸਤੇ। ਠੀਕ ਹੈ, ਕਿ ਬ੍ਰਹਮ ਐਸਾ ਹੈ। ਸੋ ਅੱਗੇ ਕਹਿੰਦੇ ਆ ਯੂੰ ਆਤਮ ਦੇਵ ਹੀ, ਯੂੰ ਕਹੀਏ ਇਸ ਪ੍ਰਕਾਰ ਨਾਲ ਜੋ ਦੇਵ ਹੀ, ਜੋ ਦੇਵ ਕਹੀਏ ਪ੍ਰਕਾਸ਼ ਰੂਪ, ਜੋ ਆਤਮਾ ਅਤੇ ਪਰਮਾਤਮਾ ਦਾ ਕੀ ਹੈ, ਪਰਮ ਆਤਮਾ ਜੋ ਵੱਡੀ ਆਤਮਾ, ਪਰਮਾਤਮਾ ਭਾਵ ਬ੍ਰਹਮ। ਯੂੰ ਬ੍ਰਹਮ ਆਤਮਾ ਦੇਵ ਹੀ ਕਈ ਪ੍ਰਕਾਸ਼ ਰੂਪ ਜੋ ਹੈ, ਵੇਦ ਰੂ ਸ਼ਾਸਤਰ ਸਭੇ ਸੁਰ ਢਾਵੈ। ਉਸ ਨੂੰ ਵੇਦ ਰੂ ਗਈ ਅਤੇ ਸ਼ਾਸਤਰ ਆਦਿਕ ਜੋ ਹੈ ਸਾਰੇ ਸੁਰ ਟਾਵੇਂ ਕਹੀਏ, ਸੋ ਰਟਾਵੇਂ, ਸੋ ਕਹੀਏ ਸੁੰਦਰ ਢੰਗ ਦੇ ਨਾਲ ਰਟਾਵੇਂ ਕਹੀਏ ਰਟਦੇ ਹਨ, ਰਟਨ ਕਰਦੇ। ਅਤੇ ਆਤਮਾ ਅਤੇ ਪਰਮਾਤਮਾ ਇੱਕ ਹੀ ਹਨ। ਠੀਕ ਆ, 2 ਨਹੀਂ। ਐਵੇਂ ਪਰਮਾਤਮਾ ਦਾ ਆਤਮਾ ਜੋ ਦੇਵ ਪ੍ਰਕਾਸ਼ ਰੂਪ ਦੋਨੋਂ ਹੈ, ਦੋਵਾਂ ਨੂੰ ਪ੍ਰਕਾਸ਼ ਰੂਪ ਵੇਦ ਅਤੇ ਸ਼ਾਸਤਰ ਸਵੇ ਸੁਰਟਾਵੇਂ ਗਏ, ਢੰਡੋਰਾ ਪਿੱਟ ਕੇ ਰਟਨ ਕਰਕੇ ਉੱਚੀ ਬੋਲ ਕਹਿ ਰਹੇ ਆ। ਸੋ ਕਹੀਏ ਸੁੰਦਰ ਢੰਗ ਨਾਲ, ਸੋ ਕਹੀਏ ਸੁੰਦਰ ਢੰਗ ਦੇ ਨਾਲ ਰਟਾਵੇਂ ਰਟਨ ਕਰ ਰਹੇ ਆ ਵੀ ਉਹ ਪਰਮਾਤਮਾ ਆਤਮਾ ਇੱਕ ਹੀ ਹੈ, ਪ੍ਰਕਾਸ਼ ਰੂਪ ਹਨ, ਉਹਨਾਂ 'ਚ ਕੋਈ ਫਰਕ ਨਹੀਂ ਹੈ। ਪੰਡਿਤ ਤਿਆਗੀ ਆਭਾਸ ਪੀਤਾੰਬਰ, ਉਹਨਾਂ ਨੇ ਅਰਥਵਾਸ ਇਸ ਤਰ੍ਹਾਂ ਵੱਖਰਾ ਕੀਤਾ। ਪੰਡਿਤ ਪੀਤਾੰਬਰ ਪਿੱਛੇ ਲੱਗਦਾ। ਪੰਡਿਤ ਪੀਤਾੰਬਰ ਜੀ ਕਹਿੰਦੇ ਆ ਕਿ ਆਭਾਸ, ਪੰਡਿਤ ਦੇ ਨਾਲ ਟਿੱਪਣੀ ਦਿੱਤੀ ਉੱਪਰ। ਪੰਡਿਤ ਪੀਤਾੰਬਰ ਜੀ ਕੀ ਕਹਿੰਦੇ ਆ, ਆਭਾਸ ਕਹੀਏ ਜੋ ਫਲ ਵਿਆਪਦੀ, ਜਿਹੜਾ ਚੇਤਨ ਦਾ ਆਭਾਸ ਪੈ ਰਿਹਾ ਨਾ ਅੰਤਿਕਰਨ ਵਿੱਚ, ਜੋ ਚੇਤਨ ਦਾ ਆਭਾਸ ਪੈ ਰਿਹਾ ਅੰਤਿਕਰਨ ਵਿੱਚ।
ਠੀਕ ਹੈ। ਪ੍ਰਤੀਬਿੰਬ ਉਸੇ ਨੂੰ ਜੀਵ ਕਹਿੰਦੇ, ਠੀਕ ਹੈ। ਉਦੋਂ ਹੀ ਜੀਵ ਕਿਹਾ ਜਾਂਦਾ ਹੈ। ਆਤਮਾ ਜੀਵ ਨਹੀਂ ਹੈ। ਜੋ ਆਤਮਾ ਦਾ ਚੇਤਨ ਵਿੱਚ ਪ੍ਰਤੀਬਿੰਬ ਪੈ ਰਿਹਾ ਹੈ, ਜੋ ਆਤਮਾ ਦਾ ਪ੍ਰਤੀਬਿੰਬ ਅੰਤःਕਰਨ 'ਚ ਪੈ ਰਿਹਾ, ਉਹੀ ਉਹ ਜੀਵ ਹੈ, ਠੀਕ ਹੈ। ਆਤਮਾ ਤੇ ਆਤਮਾ ਹੈ, ਆਤਮਾ ਜੀਵ ਥੋੜ੍ਹੀ ਹੋ ਸਕਦੀ ਹੈ। ਜੀਵ ਦਾ ਜੀਵਪੁਣਾ ਛੱਡ ਦਈਏ, ਈਸ਼ਵਰ ਦਾ ਈਸ਼ਵਰ ਛੱਡ ਦਈਏ, ਅਤੇ ਆਤਮਾ ਬ੍ਰਹਮ ਇੱਕ ਹੀ ਰਹਿ ਜਾਂਦੇ। ਸੋ ਆਭਾਸ ਜੋ ਪ੍ਰਤੀਬਿੰਬ ਹੈ, ਤਾਂ ਉਹ ਫਲ ਵਿਆਪਤੀ ਨੂੰ ਤਿਆਗ ਕੇ, ਪੰਡਤ ਪੀਤਾਂਬਰ ਜੀ ਕਹਿੰਦੇ ਆਭਾਸ ਨੂੰ ਤਿਆਗ ਕੇ, ਫਲ ਵਿਆਪਤੀ ਨੂੰ ਤਿਆਗ ਕੇ ਅਹੰ ਬਿਰਤੀ ਦੁਆਰਾ ਮੈਂ ਬ੍ਰਹਮ ਹਾਂ, ਮੈਂ ਬ੍ਰਹਮ ਹਾਂ, ਉਹ ਵ੍ਰਿੱਤੀ ਵਿਆਪਤੀ ਕਰਕੇ ਕੀ ਕਰਨਾ ਹੈ? ਵ੍ਰਿੱਤੀ ਅਹੰ ਅਪਰੋਕਸ਼ ਪਾਵੈ। ਵ੍ਰਿੱਤੀ ਅਹੰ ਜਿਹੜੀ ਅਹੰ ਬਿਰਤੀ ਹੈ, ਅਹੰ ਭਾਵ ਮੈਂ ਬ੍ਰਹਮ ਹਾਂ, ਮੈਂ ਬ੍ਰਹਮ ਹਾਂ। ਅਤੇ ਇਹ ਅਹੰ ਬਿਰਤੀ ਦਾ ਕੀ ਕੀਤਾ ਉਹਨੇ? ਵ੍ਰਿੱਤੀ ਵਿਆਪਤੀ ਕਰਕੇ। ਉਹ ਆਪਾਂ ਸਾਰਾ ਦੱਸ ਦਿੱਤਾ ਵ੍ਰਿੱਤੀ ਵਿਆਪਤੀ ਕੀ ਹੈ। ਵ੍ਰਿੱਤੀ ਵਿਆਪਤੀ ਤੋਂ ਕਰਕੇ ਅਪਰੋਕਸ਼ ਨੂੰ ਭਾਵੇਂ ਕੀ ਪਾਈਦਾ ਹੈ। ਅਪਰੋਕਸ਼ ਭਾਵ ਪ੍ਰਤੱਖ ਬ੍ਰਹਮ, ਉਸ ਬ੍ਰਹਮ ਨੂੰ ਭਾਵੇਂ ਸਮਝੇ ਪਾਵੇ ਜਾਣੇ, ਇਹ ਅਰਥ ਹੈ, ਠੀਕ ਹੈ ਜੀ। ਅਪਰੋਕਸ਼ ਜਾਣ ਲੈਂਦਾ ਹੈ ਵ੍ਰਿੱਤੀ ਵਿਆਪਤੀ ਦੁਆਰਾ। ਆਭਾਸ ਦਾ ਭਾਵ ਚੇਤਨ ਦਾ ਜਿਹੜਾ ਆਭਾਸ ਪੈ ਰਿਹਾ ਹੈ। ਜਦੋਂ ਪ੍ਰਤੀਬਿੰਬ ਨੂੰ ਤਿਆਗ ਦੋਗੇ, ਛੱਡ ਦੋਗੇ, ਪਿੱਛੇ ਕੀ ਬਚ ਗਿਆ? ਬਿੰਬ। ਜਿਹੜਾ ਸ਼ੀਸ਼ੇ ਵਿੱਚ ਸਾਡਾ ਪ੍ਰਤੀਬਿੰਬ ਪੈ ਰਿਹਾ ਹੈ, ਸਾਡੇ ਬਿੰਬ ਦਾ ਉਲਟਾ ਬਿੰਬ ਪ੍ਰਤੀਬਿੰਬ, ਅਤੇ ਉਹਨੂੰ ਜੇ ਹੁਣ ਸ਼ੀਸ਼ੇ ਵਿੱਚ ਜਿਹੜਾ ਉਹ ਵੀ ਅਸੀਂ ਉੱਦਾਂ ਸਮਝੇ ਵੀ ਦੋ ਇੱਕ ਮੈਂ ਕੋ, ਉਹਦਾ ਪ੍ਰਤੀਬਿੰਬ ਬਣਾ ਛੱਡ ਦਿਓ, ਪ੍ਰਤੀਬਿੰਬ ਨੂੰ ਛੱਡ ਦਿਓ, ਅਤੇ ਰਹਿ ਗਿਆ ਇਕੱਲਾ ਬਿੰਬ, ਇਕੱਲਾ ਰਹਿ ਗਿਆ ਨਾ, ਉਹ ਹੈ ਆਭਾਸ। ਇਸੇ ਤਰ੍ਹਾਂ ਆਭਾਸ ਨੂੰ ਤਿਆਗ ਕੇ ਮੈਂ ਬ੍ਰਹਮ ਹਾਂ, ਮੈਂ ਬ੍ਰਹਮ ਹਾਂ, ਮੈਂ ਬ੍ਰਹਮ ਹਾਂ, ਇਸ ਦੁਆਰਾ ਜਿਹੜਾ ਅਗਿਆਨ ਦਾ ਪਰਦਾ ਆਤਮਾ ਉੱਪਰ ਪਿਆ ਹੋਇਆ ਹੈ, ਉਸ ਅਗਿਆਨ ਦੇ ਪਰਦੇ ਨੂੰ ਅਥਵਾ ਢੱਕਣ ਨੂੰ ਜਦੋਂ ਅਹੰ ਬਿਰਤੀ ਕਿ ਜੋ ਅਗਿਆਨ ਮੈਂ ਬ੍ਰਹਮ ਨਹੀਂ ਹਾਂ, ਮੈਂ ਬ੍ਰਹਮ ਕਿੱਥੋਂ ਹੋ ਸਕਦਾ, ਮੈਂ ਤਾਂ ਅਲਪੱਗ ਹਾਂ ਜੀ, ਅਲਪੱਗ ਜੀਵ ਹਾਂ, ਨਾਨਾ ਹਾਂ। ਇਸ ਅਗਿਆਨ ਦੇ ਪਰਦੇ ਨੂੰ ਜਦੋਂ ਮੈਂ ਬ੍ਰਹਮ ਹਾਂ, ਉਹ ਢੱਕਣ ਉਸ ਪਰਦੇ ਨੂੰ ਲਾਹ ਦਿੱਤਾ ਜਾਏਗਾ। ਲੱਥਦਾ ਹੀ ਅਪਰੋਕਸ਼ ਪ੍ਰਤੱਖ ਗਿਆਨ ਹੋ ਜਾਏਗਾ, ਕਿਉਂਕਿ ਆਤਮਾ ਸਵੈਂ ਪ੍ਰਕਾਸ਼ ਹੈ, ਉਹਨੂੰ ਕਿਸੇ ਪ੍ਰਕਾਸ਼ ਦੀ ਲੋੜ ਨਹੀਂ ਹੈ। ਬਸ ਉਹ ਪਰਦਾ ਹੀ ਪਾਸੇ ਕਰਨਾ, ਢੱਕਣ ਹੀ ਪਾਸੇ ਕਰਨਾ। ਘੜੇ ਵਿੱਚ ਜਿਹੜਾ ਦੀਵਾ ਹੈ ਜਾਂ ਹੀਰਾ ਹੈ, ਬਸ ਉਹ ਤੋਂ ਜੋ ਕੱਪੜਾ ਹੈ, ਜੋ ਪਰਦਾ, ਬਸ ਉਹਨੂੰ ਪਰੇ ਕਰਨਾ। ਉਸ ਹੀਰਾ ਦੀਵਾ ਆਪਣੇ ਆਪ ਪ੍ਰਕਾਸ਼, ਉਹਨੂੰ ਕਿਸੇ ਪ੍ਰਕਾਸ਼ ਦੀ ਜ਼ਰੂਰਤ ਨਹੀਂ। ਸੋ ਇਸ ਪ੍ਰਕਾਰ ਪੰਡਤ ਪੀਤਾਂਬਰ ਜੀ ਇੱਥੇ ਜਿਹੜਾ ਉਹਨਾਂ ਨੇ ਛੰਦ ਇੰਦਰਵੀ ਛੰਦ ਕਿਹਾ ਹੈ। ਹੁਣ ਅੱਗੇ ਆਪਾਂ ਇਹਦਾ ਜਿਹੜੇ ਆ ਪ੍ਰਸ਼ਨ ਉੱਤਰ ਉਹ ਪੜ੍ਹਦੇ ਹਾਂ। ਅੱਗੇ ਪ੍ਰਸ਼ਨ ਸ਼ੁਰੂ ਹੁੰਦੇ, ਪ੍ਰਸ਼ਨ ਪੜ੍ਹੀਏ। प्रश्न ब्रह्म आत्मा जब वाणी का विषय नहीं तब सत चित आनंद आदि विशेषण सै कैसे कहिए है। ਹੁਣ ਕਹਿ ਰਹੇ ਵੀ ਬ੍ਰਹਮ ਆਤਮਾ ਜਦੋਂ ਬਾਣੀ ਦਾ ਵਿਸ਼ਾ ਹੀ ਨਹੀਂ ਤਾਂ ਫਿਰ ਸਤ ਚਿੱਤ ਆਨੰਦ ਆਦਿਕ ਵਿਸ਼ੇਸ਼ਣਾਂ ਨਾਲ ਕਿਵੇਂ ਕਹੀਦਾ ਹੈ। ਦੱਸੋ ਵੀ ਕਿਵੇਂ ਕਹਿ ਦਿੱਤਾ ਤੁਸੀਂ, ਕਿਉਂਕਿ ਬਾਣੀ ਦਾ ਵਿਸ਼ਾ ਨਹੀਂ। ਇੱਕ ਪਾਸੇ ਤੁਸੀਂ ਬਾਣੀ ਨਾਲ ਹੀ ਕਹਿ ਰਹੇ ਵੀ ਉਹ ਸੱਤ ਹੈ, ਉਹ ਚਿੱਤ ਹੈ, ਆਨੰਦ ਹੈ, ਇਹ ਤੁਹਾਡਾ ਕਹਿਣਾ ਨਹੀਂ ਬਣਦਾ। ਇਹ ਤੁਸੀਂ ਕਿਸ ਤਰ੍ਹਾਂ ਕਹਿ ਰਹੇ, ਜਾਂ ਫਿਰ ਉਸ ਨੂੰ ਬ੍ਰਹਮ ਆਤਮਾ ਦੇ ਜਿਹੜਾ ਹੈ ਜਦੋਂ ਬਾਣੀ ਦਾ ਵਿਸ਼ਾ ਨਹੀਂ ਤਾਂ ਫਿਰ ਉਹਨੂੰ ਸੱਚ ਚਿੱਤ ਆਨੰਦ ਵਿਸ਼ੇ ਨਾਲ ਕਿਵੇਂ ਕਹੀਦਾ ਹੈ। ਤੁਸੀਂ ਇਹ ਦੱਸੋ ਮੈਨੂੰ। ਜਿਵੇਂ ਕੋਈ ਪ੍ਰਸ਼ਨ ਕਰਦੇ, ਕਿਉਂਕਿ ਪੀਤਾਂਬਰ ਜੀ ਆਪ ਹੀ ਪ੍ਰਸ਼ਨ ਕਰਦੇ, ਆਪ ਹੀ ਉੱਤਰ ਦਿੰਦੇ ਆ, ਪਰ ਜੇ ਕਿਸੇ ਸ਼ੰਕਾ ਉੱਠ ਜੇ ਇਸ ਤਰ੍ਹਾਂ ਉਹਨਾਂ ਸਮਾਧਾਨ ਆਪ ਹੀ ਉੱਤਰ ਦੇ ਕੇ ਕੀਤਾ ਹੈ। ਸੋ ਉਹਦਾ ਜਵਾਬ ਉੱਤਰ, ब्रह्म आत्मा के कितने क विदेह विशेषण हैं और कितने क निषेध विशेषण हैं। ब्रह्म आत्मा ਦੇ ਕਹਿੰਦੇ कितने क ਵਿਦੇਹ ਵਿਸ਼ੇਸ਼ਣ ਹੈ ਔਰ कितने क ਨਿषेध ਵਿਸ਼ੇਸ਼ਣ ਹੈ। ਵਿਦੇਹ ਵਿਸ਼ੇਸ਼ਣ ਕਿਹੜੇ ਆ? ਸੱਤ ਹੈ, ਚਿੱਤ ਹੈ, ਆਨੰਦ ਹੈ। ਪਿੱਛੇ ਪੜ੍ਹ ਕੇ ਸਤਵੀ ਕਾਲਾ ਵਿੱਚ ਬਸਾਰਾ ਹੀ। ਇਸ ਪ੍ਰਕਾਰ ਭਾਵ ਵਿਧੀ ਮੁੱਖ ਨਾਲ, ਵਿਧੀ ਪੱਖ ਨਾਲ
ਇਹ ਬ੍ਰਹਮ ਦੇ ਜਿਹੜੇ ਬੋਧ ਕਰਾਉਣ ਵਾਲੇ ਪਾਦ ਆ ਉਹ ਵਿਦੇਹ ਵਿਸ਼ੇਸ਼ਣ ਨੇ। ਜੋ ਸੱਤ ਕਹਿ ਦਈਦਾ ਨਾ ਉਸੇ ਦਾ ਬ੍ਰਹਮ ਦਾ ਹੀ ਬੋਧ ਕਰਾਉਂਦੇ। ਜਿਹੜੇ ਵਿਦੇਹ ਵਿਸ਼ੇਸ਼ਣ ਜਿੰਨੇ ਵੀ ਆ ਸਾਰੇ ਇਹ ਤਕਰੀਬਨ ਉਹਨਾਂ ਤੁਸੀਂ ਇੰਨੀ ਗੱਲ ਸਮਝ ਲਓ ਜੋ 10 ਲਿਖੇ ਹੋਏ ਆ ਇੱਥੇ ਗ੍ਰੰਥ ਵਿੱਚ ਉਹ ਸਿੱਧਾ ਬ੍ਰਹਮ 'ਤੇ ਹੀ ਲੈ ਕੇ ਜਾਂਦੇ ਆ, ਬ੍ਰਹਮ ਦੇ ਸਿੱਧਾ ਬੋਧ ਕਰਾਉਂਦੇ। ਅਤੇ ਜਿਹੜੇ ਨਿਸ਼ੇਧ ਵਿਸ਼ੇਸ਼ਣ ਆ ਉਹ ਨਿਸ਼ੇਧ ਵੀ ਪਹਿਲਾਂ ਨਿਸ਼ੇਧ ਕਰਦੇ ਆ, ਕਿਸੇ ਦਾ ਦੂਸਰੇ ਦਾ ਨਿਸ਼ੇਧ ਕਰਕੇ ਉਹਦਾ ਵਿਰੋਧ ਕਰਕੇ ਫਿਰ ਉਹ ਬ੍ਰਹਮ ਨੂੰ ਜਣਾਉਂਦੇ ਆ। ਗੱਲ ਇੱਕੋ ਹੀ ਦੋਵਾਂ ਦੀ ਹੈ। ਅਨੰਤ ਵੀ ਅਸਾਂਗੇ ਉਹ ਬ੍ਰਹਮ ਦਾ ਹੀ ਬੋਧ ਕਰਾਉਂਦੇ ਆ, ਪਰ ਉਹ ਜਿਹੜੇ ਨਿਸ਼ੇਧ ਵਿਸ਼ੇਸ਼ਣ ਆ ਉਹ ਬੋਧ ਕਰਾਉਂਦੇ ਕਿੱਦਾਂ, ਪਹਿਲਾਂ ਨਿਸ਼ੇਧ ਕਰਦੇ ਆ। ਅਤੇ ਜਿਹੜੇ ਦੂਸਰੇ ਆ ਵਿਦੇਹ ਵਿਧੀ ਪੱਖ ਨਾਲ ਉਹ ਸਿੱਧਾ ਹੀ ਜਿਹੜਾ ਹੈ ਬ੍ਰਹਮ ਦਾ ਹੀ ਸੱਤ ਕਹਿ ਦੋ ਸਿੱਧਾ ਬ੍ਰਹਮ 'ਤੇ ਜਾ ਕੇ ਉਹ ਬੋਧ ਹੁੰਦਾ ਹੈ। ਸੋ ਇੱਥੇ ਜਿਵੇਂ ਲਿਖਿਆ ਪੜ੍ਹਦੇ ਹਾਂ ਉਹ ਦੱਸਿਆ ਨਾ ਵਿਦੇਹ ਵਿਸ਼ੇਸ਼ਣ ਦੀ ਟਿੱਪਣੀ ਕੀ ਆ, ਸੱਤ ਹੈ ਚਿੱਤ ਹੈ ਇਸ ਪ੍ਰਕਾਰ ਵਿਧੀ ਮੁੱਖ ਸੇ ਭਾਵ ਵਿਧੀ ਪੱਖ ਨਾਲ ਬ੍ਰਹਮ ਦੇ ਬੋਧਕ ਪਦ ਵਿਦੇਹ ਵਿਸ਼ੇਸ਼ਣ ਹੈ। ਔਰ ਨਿਸ਼ੇਧ ਵਿਸ਼ੇਸ਼ਣ ਅਨੰਤ ਜੋ ਅੰਤ ਵਾਲਾ ਨਹੀਂ, ਅਖੰਡ ਜੋ ਖੰਡਨ ਵਾਲਾ ਨਹੀਂ ਹੈ। ਇਸ ਪ੍ਰਕਾਰ ਨਿਸ਼ੇਧ ਮੁੱਖ ਸੇ ਭਾਵ ਨਿਸ਼ੇਧ ਪੱਖ ਨਾਲ ਨਿਸ਼ੇਧ ਵਿਧੀ ਨਾਲ ਬ੍ਰਹਮ ਕੇ ਬੋਧਕ ਪਦ ਨਿਸ਼ੇਧ ਵਿਸ਼ੇਸ਼ਣ ਹੈ। ਉਹ ਆਪਾਂ ਸਾਰਾ ਪੜ੍ਹੇ ਹੀ ਪਿੱਛੇ ਨਿਸ਼ੇਧ ਵਿਸ਼ੇਸ਼ਣ ਕਿੰਨੇ ਆ ਅਤੇ ਜਿਹੜੇ ਵਿਦੇਹ ਵਿਸ਼ੇਸ਼ਣ ਕਿੰਨੇ ਆ ਉਹ ਪਿੱਛੇ ਪੜ੍ਹਿਆ ਹੀ, ਉਹਦੇ ਵਿੱਚ ਕੋਈ ਇਹ ਖੋਲ੍ਹਣ ਦੀ ਲੋੜ ਨਹੀਂ, ਵੈਸੇ ਵੀ ਟਿੱਪਣੀ ਵੀ ਸਾਰਾ ਆ ਹੀ ਜਾਣਾ। ਸੋ ਕਹਿੰਦੇ ਆ ਹੁਣ ਵਿਦੇਹ ਵਿਸ਼ੇਸ਼ਣ ਦਾ ਦੱਸਣ ਲੱਗੇ। ਵਿਦੇਹ ਵਿਸ਼ੇਸ਼ਣ ਜੋ ਸਦਾਦਿਕ ਹੈ ਭਾਵ ਜੋ ਵਿਦੇਹ ਵਿਸ਼ੇਸ਼ਣ ਸਦਾਦਿਕ ਹੈ ਸੋ ਪ੍ਰਪੰਚ ਕਾ ਕਹਿੰਦੇ ਉਹ ਪ੍ਰਪੰਚ ਦਾ ਨਿਸ਼ੇਧ ਕਰੀ ਕੇ ਅਵਸ਼ੇਸ਼ ਬਾਕੀ ਰਹੇ ਬ੍ਰਹਮ ਕੋ ਲਕਸ਼ਣ ਸੇ ਸਾਕਸ਼ਾਤ ਬੋਧਨ ਕਰੇ ਹੈ। ਉਹ ਪ੍ਰਪੰਚ ਦਾ ਨਿਸ਼ੇਧ ਕਰਕੇ ਅਤੇ ਨਿਸ਼ੇਧ ਜਦੋਂ ਪ੍ਰਪੰਚ ਦਾ ਨਿਸ਼ੇਧ ਹੁੰਦਾ ਹੈ ਜਦੋਂ ਸੱਤ ਕਹੀਦਾ ਹੈ ਅਤੇ ਉੱਥੇ ਕੀ ਹੁੰਦਾ ਹੈ ਕਿ ਪ੍ਰਪੰਚ ਦਾ ਨਿਸ਼ੇਧ ਹੋ ਜਾਂਦਾ। ਨਿਸ਼ੇਧ ਕਰਕੇ ਵਿਸ਼ੇਸ਼ ਬਾਕੀ ਕੀ ਬਚਦਾ ਬ੍ਰਹਮ, ਅਤੇ ਉਹ ਬ੍ਰਹਮ ਨੂੰ ਲਕਸ਼ਣਾਂ ਨਾਲ ਸਾਕਸ਼ਾਤ ਬੋਧਨ ਕਰੇ ਹੈ। ਜਿਵੇਂ ਮੈਂ ਹੁਣੇ ਦੱਸਿਆ ਵਾ ਸਿੱਧਾ ਹੀ ਉਹ ਬੋਧ ਕਰਾਉਂਦੀ ਹੈ। ਸੱਤ ਕਹਿ ਦਿੱਤਾ, ਸੱਤ ਤੋਂ ਭਾਵ ਉਹ ਹੀ ਜਿਹਦਾ ਤ੍ਰੇ ਕਾਲ ਬਾਅਦ, ਜਿਹਦਾ ਤਿੰਨਾਂ ਕਾਲਾਂ 'ਚ ਬਾਅਦ ਨਹੀਂ ਹੁੰਦਾ ਉਹ ਸੱਤ ਕੀ ਬ੍ਰਹਮ ਚੇਤਨੀ ਉਹ ਕੋਈ ਹੈ ਨਹੀਂ। ਸੱਤ ਕਹਿੰਦੇ ਨਾਲ ਇਹ। ਫਿਰ ਨਿਸ਼ੇਧ ਵਿਸ਼ੇਸ਼ਣ ਜੋ ਅਨੰਤ ਆਦਿਕ, ਨਿਸ਼ੇਧ ਵਿਸ਼ੇਸ਼ਣ ਜੋ ਅਨੰਤ ਆਦਿਕ ਭਾਵ ਜੋ ਨਾ ਅਨੰਤ ਅਸੰਗ ਅਖੰਡ ਆਦਿਕ ਤੋਂ ਭਾਵ ਜੋ ਅਨੰਤ ਤੋਂ ਲੈ ਕੇ ਅਖੰਡ ਸੰਗ ਲਾ ਲੈਣਾ ਸੋ ਤੋਂ ਸਾਕਸ਼ਾਤ ਪ੍ਰਪੰਚ ਕਾ ਹੀ ਨਿਸ਼ੇਧ ਕਰੇ ਹੈ। ਕਹਿੰਦੇ ਉਹ ਕੀ ਹੈ ਸਾਕਸ਼ਾਤ ਸਿੱਧਾ ਹੀ ਪ੍ਰਤਾਖ ਹੀ ਪ੍ਰਪੰਚ ਦਾ ਨਿਸ਼ੇਧ ਕਰਦੇ। ਆਓ ਤੀਸਰੇ ਵਿਲੱਖਣ ਉਸ ਤੋਂ ਵਿਲੱਖਣ ਭਾਵ ਜੁਦਾ ਨਿਰਾਲਾ ਵੱਖਰਾ ਬ੍ਰਹਮ ਆਤਮਾ ਅਰਥ ਤੈਂ ਸਿੱਧ ਹੋਇਆ। ਬ੍ਰਹਮ ਆਤਮਾ ਦੇ ਅਰਥ ਤੋਂ ਸਿੱਧ ਹੁੰਦਾ ਹੈ ਤਾਂ ਤੇ ਬ੍ਰਹਮ ਆਤਮਾ ਅਵਾਚਯ ਹੋਣੇ ਦੇ। ਤਾਂ ਇਸ ਵਾਸਤੇ ਬ੍ਰਹਮ ਆਤਮਾ ਜਿਹੜਾ ਹੈ ਅਵਾਚਯ ਭਾਵ ਬਾਣੀ ਦਾ ਵਿਸ਼ਾ ਨਾ ਹੋਣੇ 'ਤੇ ਜਾਂ ਅਵਿਸ਼ਾ ਹੋਣੇ 'ਤੇ ਕਿਸੇ ਵਿਸ਼ੇਸ਼ਣ ਸੇ ਨਹੀਂ ਕਹੀ ਹੈ, ਕਿਸੇ ਵਿਸ਼ੇਸ਼ਣ ਨਾਲ ਉਹਨੂੰ ਕਹੀਦਾ ਨਹੀਂ ਹੈ। ਅਦਵੈਤਵਾਦ ਹੈ, ਇਹ ਅਦਵੈਤਵਾਦ ਹੈ। ਦਵੈਤਵਾਦ ਵਿੱਚ ਹੀ ਕਿਹਾ ਜਾਂਦਾ ਹੈ ਜੋ ਵੀ ਕਹਿਣਾ ਆਪਾਂ ਜਦੋਂ ਆਪਾਂ ਕਿਸੇ ਦਾ ਕੋਈ ਗੱਲ ਰੱਖਣੀ ਉਹ ਦਵੈਤਵਾਦ ਵਿੱਚ ਹੀ ਰੱਖੀ ਜਾ ਸਕਦੀ ਹੈ। ਅਦਵੈਤਵਾਦ ਵਿੱਚ ਤਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ। ਠੀਕ ਹੈ ਜੀ। ਸੋ ਇਹ ਗੱਲ ਇੱਥੇ ਹੋ ਰਹੀ ਆ ਅਤੇ ਆਪਾਂ ਉੱਥੇ ਹੀ ਪੜ੍ਹਿਆ ਸੀ ਜਦੋਂ ਸੱਤਵੀਂ ਕਲਾ ਦੇ ਵਿੱਚ। ਸੱਤਵੀਂ ਕਲਾ ਵਿੱਚ ਕੀ ਪੜ੍ਹਿਆ ਕਿ ਜਿਸ ਤਰ੍ਹਾਂ ਸਦਵਾ ਸ਼ਬਦ ਆ, ਜਦੋਂ ਸਦਵਾ ਸ਼ਬਦ ਹੁੰਦਾ ਹੈ ਉਦੋਂ ਵਿਧਵਾ ਇਸਤਰੀ ਦਾ ਨਿਸ਼ੇਧ ਕਰਕੇ ਸੁਵਾਸਨੀ ਇਸਤਰੀ ਦਾ ਸਾਕਸ਼ਾਤ ਬੋਧਕ ਹੈ। ਸਦਵਾ ਕਹਿ ਦਿੱਤਾ ਸਿੱਧਾ ਸੁਹਾਗਣ 'ਤੇ ਗੱਲ ਚੱਲ ਗਈ। ਵੀ ਸਦਵਾ ਕਹਿ ਦਿੱਤਾ ਉਹ ਸੁਹਾਗਣ ਦਾ ਬੋਧ ਕਰਾਉਣ ਵਾਲਾ ਸ਼ਬਦ ਹੈ। ਇਸ ਤਰ੍ਹਾਂ ਸੱਤ ਕਹਿ ਦਿੰਦਾ, ਸੱਤ ਤੋਂ ਆਦਿਕ ਜਿੰਨੇ ਵਿਸ਼ੇਸ਼ਣ ਆ ਅਤੇ ਅਸੱਤ ਆਦਿਕ ਪਰਪੰਚ ਦੇ ਜਿਹੜੇ ਵਿਸ਼ੇਸ਼ਣ ਆ ਉਹਨਾਂ ਨੂੰ ਨਿਸ਼ੇਧ ਕਰਕੇ ਸਤ ਚੇਤਨ ਆਨੰਦ ਰੂਪ ਬ੍ਰਹਮ ਦੇ ਸਾਕਸ਼ਾਤ ਬੋਧਕ ਹੈ। ਠੀਕ ਆ। ਤਾਂ ਉਹਨਾਂ ਨੂੰ ਵਿਦੇਹ ਜਿਹੜਾ ਕਿਹਾ ਹੋਇਆ ਹੈ। ਅਤੇ ਇਸੇ ਤਰ੍ਹਾਂ ਨਿਸ਼ੇਧ ਕੀ ਹੈ, ਨਿਸ਼ੇਧ ਕਿਹਨੂੰ ਕਿਹਾ ਜਿਸ ਤਰ੍ਹਾਂ ਅਵਿਧਵਾ ਸ਼ਬਦ, ਜਦੋਂ ਅਵਿਧਵਾ ਕਹਿਣਾ ਭਾਵ ਜੋ ਵਿਧਵਾ ਨਹੀਂ ਹੈ ਉਹ ਫਿਰ ਵਿਧਵਾ ਇਸਤਰੀ ਦਾ ਜਾਂ ਵਿਧਵਾ ਸ਼ਬਦ ਦਾ ਨਿਸ਼ੇਧ ਕਰਕੇ ਅਤੇ ਜਿਹੜੀ ਸਵਾਸਨੀ ਇਸਤਰੀ ਆ, ਸਵਾਸਨੀ ਇਸਤਰੀ ਭਾਵ ਸੁਹਾਗਣ ਇਸਤਰੀ ਆ ਉਹਦਾ ਬੋਧ ਕਰਾਉਂਦੇ।
ਉਸ ਤੋਂ ਵਿਲੱਖਣ। ਵੇਖੋ ਵਿਧਵਾ ਨੇ ਵਿਧਵਾ ਦਾ ਨਿਸ਼ੇਧ ਕੀਤਾ ਅਤੇ ਉਸ ਤੋਂ ਵਿਲੱਖਣ ਕੀ ਕੀਤਾ? ਸੁਵਾਸਨੀ, ਜੋਧਾ। ਬੋਧ ਕਰਾਇਆ ਨਾ। ਇਸੇ ਤਰ੍ਹਾਂ ਹੀ ਜੋ ਅਨੰਤ ਆਦਿਕ ਜਿਹੜੇ ਵਿਸ਼ੇਸ਼ਣ ਆ, ਨਿਸ਼ੇਧ ਵਿਸ਼ੇਸ਼ਣ ਆ ਬ੍ਰਹਮ ਆਤਮਾ ਦੇ, ਉਹ ਜਿਹੜੇ ਪ੍ਰਪੰਚ ਦੇ ਵਿਸ਼ੇਸ਼ਣ ਕੀ ਆ? ਅੰਤ, ਖੰਡ, ਸੰਗ, ਇਹਨਾਂ ਦਾ ਨਿਸ਼ੇਧ ਕਰਕੇ ਇਹਨਾਂ ਤੋਂ ਵਿਲੱਖਣ ਬ੍ਰਹਮ ਦੇ ਬੋਧਕ ਹੈ ਕਰਾਉਂਦੇ। ਨਿਸ਼ੇਧ ਕਹਿ ਲਓ, ਵਿਦੇਹ ਕਹਿ ਲਓ, ਕਰਾਉਂਦੇ ਦੋਵੇਂ ਗਿਆਨ ਬ੍ਰਹਮ ਦਾ ਹੀ ਹੈ, ਇਹ ਗੱਲ ਪੱਕੀ। ਪਰ ਜਿਹੜੇ ਸਤ ਕਹਿਣ ਦੇ ਨਾਲ ਸਿੱਧਾ ਹੀ ਅਸਤ ਦਾ ਨਿਸ਼ੇਧ ਹੋ ਜਾਂਦਾ ਹੈ। ਚਿੱਤ ਕਹਿਣ ਦੇ ਨਾਲ ਸਿੱਧਾ ਹੀ ਜੜ ਦਾ ਜਿਹੜਾ ਹੈ ਉਹ ਨਿਸ਼ੇਧ ਹੋ ਜਾਂਦਾ ਹੈ। ਅਤੇ ਇੱਧਰ ਇਸ ਤਰ੍ਹਾਂ ਹੈ, ਸਿੱਧਾ ਜੋ ਸਾਕਸ਼ੀ ਕਹਿ ਦਿੱਤਾ, ਉਪਦ੍ਰਸ਼ਟਾ ਕਹਿ ਦਿੱਤਾ, ਬ੍ਰਹਮ ਕਹਿ ਦਿੱਤਾ, ਸਵੈਂ ਪ੍ਰਕਾਸ਼ ਕਹਿ ਦਿੱਤਾ, ਉਹ ਸਿੱਧਾ ਹੀ ਬ੍ਰਹਮ ਆਤਮਾ ਦਾ ਬੋਧ ਕਰਾਉਣ ਵਾਲੇ ਹੈ, ਇਹ ਪਾਦੇ ਹਨ। ਜਦੋਂ ਅਨੰਤ ਕਹਿ ਦਿੱਤਾ, ਉਦੋਂ ਅਨੰਤ ਕੀ ਆ? ਅੰਤ ਵਾਲਾ ਕੀ ਹੈ? ਸੰਸਾਰ ਦਾ। ਫਿਰ ਉਹ ਪ੍ਰਪੰਚ ਦਾ ਨਿਸ਼ੇਧ ਕਰਕੇ, ਅੰਤ ਦਾ ਨਿਸ਼ੇਧ ਕਰਕੇ ਅਤੇ ਉਹ ਬ੍ਰਹਮ ਦਾ ਬੋਧ ਕਰਾਉਂਦੇ ਹੈ। ਠੀਕ ਆ। ਇਸ ਕਰਕੇ ਗੱਲ ਇੱਕੋ ਹੀ, ਦੋ ਸ਼ਬਦ ਸ਼ਾਸਤਰਿਕ ਇਹ ਭਾਸ਼ਾ ਵਿੱਚ ਕਿਹਾ ਗਿਆ ਹੈ, ਹੁਣ ਆਪਾਂ ਉਹਨੂੰ ਪੜ੍ਹਨਾ ਪੈਂਦਾ ਜਿਵੇਂ ਲਿਖਿਆ ਹੈ। ਸੋ ਇਸ ਪ੍ਰਕਾਰ ਇਹ ਆਪਾਂ ਜਿਹੜਾ ਹੈ ਉਹ ਪੜ੍ਹ ਰਹੇ ਹਾਂ। ਅੱਗੇ ਇੱਥੇ ਟਿੱਪਣਾਂ ਦੇ ਦੀਆਂ ਹੈ, ਟਿੱਪਣ ਆਈ ਦੋ ਤਾਂ ਪੜ੍ਹਦੀਆਂ ਵਾ 147 48, ਇੱਕ 49 ਨੰਬਰ ਟਿੱਪਣੀ ਹੈ ਲਕਸ਼ਣ 'ਤੇ। ਹੁਣ ਜਿਹੜਾ ਲਕਸ਼ਣਾਂ ਦੇ ਟਿੱਪਣੀ ਹੈ ਉਹਦਾ ਆਪਾਂ ਪੜ੍ਹਾਂਗੇ। ਪਹਿਲਾਂ ਤਾਂ ਮੈਂ ਤੁਹਾਨੂੰ ਪੜ੍ਹਾਉਣ ਤੋਂ ਪਹਿਲਾਂ ਥੋੜ੍ਹਾ ਦੱਸਾਂ, ਕਿਉਂਕਿ ਇਹ ਜਿਹੜਾ ਥੋੜ੍ਹਾ ਵਿਸ਼ਾ ਜਿਹੜਾ ਇਹ ਸੋਹਣਾ ਵੀ ਹੈ ਅਤੇ ਗੰਭੀਰ ਵੀ ਹੈ। ਇੱਥੇ ਲਿਖਿਆ ਹੈ, ਜਿਵੇਂ ਪਹਿਲਾਂ ਤੋਂ ਕਹਾਣੀ ਸੁਣੋ। ਜਿਵੇਂ ਇੱਕ ਰਾਜਾ ਸੀ ਅਤੇ ਉਹ ਰਾਜੇ ਨੇ ਪੋਪਟ ਰੱਖਿਆ, ਪੋਪਟ ਤੋਤਾ ਰੱਖਿਆ ਸੀ। ਉਹਨੂੰ ਬੜਾ ਪ੍ਰੇਮ ਕਰਦਾ ਸੀ ਰਾਜਾ। ਉਹਦੇ ਨਾਲ ਬਹੁਤ ਜ਼ਿਆਦਾ ਪ੍ਰੇਮ ਕਰਿਆ ਕਰੇ। ਤੁਹਾਨੂੰ ਪਤਾ ਰਾਜੇ ਦਾ ਸੁਭਾਅ ਵੀ ਹੁੰਦਾ, ਜਿਹੜਾ ਹੈ ਸ਼ਿਕਾਰ ਆਦਿ ਕਰਨਾ। ਉਹਦੇ ਨਾਲ ਰੋਜ਼ ਗੱਲਾਂ ਬਾਤਾਂ ਤੋਤੇ ਨਾਲ ਕਰਿਆ ਕਰਦਾ, ਉਹਨੂੰ ਚੂਰੀ ਚਾਰੀ ਦਿਆ ਕਰਦਾ। ਪਰ ਇੱਕ ਦਿਨ ਉਹ ਕੋਈ ਦਿਨਾਂ ਬਾਅਦ ਸ਼ਿਕਾਰ 'ਤੇ ਚਲਾ ਗਿਆ। ਸ਼ਿਕਾਰ 'ਤੇ ਜਾਣ ਤੋਂ ਪਹਿਲਾਂ ਉਹਨੇ ਆਪਣੇ ਮੰਤਰੀਆਂ ਨੂੰ, ਸਿਆਣੇ ਸਿਆਣੇ ਬੰਦੇ ਜਿਹਨਾਂ ਦੀ ਸੇਵਾ ਸੁਭਾ ਹੁੰਦੀ ਸੀ, ਉਹਨਾਂ ਨੂੰ ਕਿਹਾ ਵੀ ਸੁਣੋ ਮੇਰੀ ਗੱਲ, ਤੁਸੀਂ ਇੰਝ ਕਰਨਾ, ਸਾਰਾ ਰਾਜ ਭਾਗ ਸੰਭਾਲਣਾ, ਮਗਰੋਂ ਮੈਨੂੰ ਇੱਕ ਖਬਰ ਚਾਹੀਦੀ ਆ। ਅਤੇ ਆਹ ਜਿਹੜਾ ਤੋਤਾ ਹੈ ਇਹ ਮੈਨੂੰ ਬੜਾ ਪਿਆਰਾ ਹੈ, ਇਹਨੂੰ ਕੋਈ ਆਂਚ ਨਹੀਂ ਆਉਣੀ ਚਾਹੀਦੀ ਮੇਰੇ ਮਗਰੋਂ। ਜੇ ਇਹਨੂੰ ਕੋਈ ਆਂਚ ਆਈ ਤਾਂ ਫਿਰ ਤੁਹਾਡੀ ਜਿਹੜੀ ਗਰਦਨ ਆ ਉਹ ਤੁਹਾਡੇ ਤੋਂ ਲੱਗ ਕੀਤੀ ਜਾਏਗੀ, ਸਜ਼ਾ ਦਿੱਤੀ ਜਾਏਗੀ। ਇਹਦਾ ਖਾਸ ਧਿਆਨ ਰੱਖਣਾ, ਇਹ ਮੇਰਾ ਖਾਸ ਹੈ। ਉਸੇ ਤਰ੍ਹਾਂ ਹੋਇਆ, ਰਾਜਾ ਚਲਾ ਗਿਆ ਅਤੇ ਉਹ 2-3 ਦਿਨ ਬਾਅਦ ਉਹਨੂੰ ਖਬਰ ਜਾਇਆ ਕਰਦੀ ਮਗਰੀ, ਜਿੱਥੇ ਉਹ ਸ਼ਿਕਾਰ ਕਰਦਾ ਸੀ ਉੱਥੇ ਹੀ ਮਗਰੀ ਚੰਗੇ ਜਿਹੜਾ ਖਬਰਦਾਰ ਸੀ ਖਬਰ ਲੈ ਕੇ ਜਾਇਆ ਕਰਦਾ, ਜਾ ਕੇ ਖਬਰ ਦਿਆ ਕਰਦਾ ਵੀ ਹਾਂਜੀ ਰਾਜਾ ਜੀ ਅੱਜ ਇਸ ਤਰ੍ਹਾਂ ਹੋਇਆ, ਜਿਸ ਤਰ੍ਹਾਂ ਹੋਇਆ, ਐਵੇਂ ਕਾਰ ਵਿਹਾਰ ਕੀਤਾ, ਉਹ ਜੇ ਕੀਤਾ। ਫਿਰ ਰਾਜੇ ਨੇ ਪੁੱਛਿਆ ਕਰਨਾ ਵੀ ਤੋਤੇ ਦਾ ਹਾਲ ਕੀ ਹੈ? ਕਹਿੰਦਾ ਹਾਂਜੀ ਉਹ ਵਧੀਆ ਜੀ, ਉਹ ਠੀਕ, ਉਹਨੇ ਚੂਰੀ ਖਾਧੀ, ਇਸ ਤਰ੍ਹਾਂ ਉਹਦੀ ਸੇਵਾ ਕੀਤੀ, ਉਸਨੂੰ ਇਸ ਤਰ੍ਹਾਂ ਸਾਰਾ ਜੋ ਵੀ ਹੁੰਦਾ ਕੀਤਾ। ਫਿਰ ਉਹ ਰਾਜਾ ਖੁਸ਼ ਹੋ ਜਾਂਦਾ। ਉਹ ਇੱਦਾਂ ਕੰਮ ਚੱਲਦਾ ਰਿਹਾ। ਰਾਜਾ 15-20 ਦਿਨਾਂ ਦੇ ਇਕੱਠੇ ਹੀ ਗਿਆ ਸੀ ਉਹ ਸ਼ਿਕਾਰ ਵਾਸਤੇ ਲਗਾਤਾਰ, ਕਿਉਂਕਿ ਰਾਜੇ ਨੂੰ ਪ੍ਰਬੰਧ ਸਾਰੇ ਕਿਤੇ ਵੀ ਰਹਿਣਾ, ਪ੍ਰਬੰਧ ਤਾਂ ਹੋ ਹੀ ਜਾਂਦੇ। ਫਿਰ ਉਹ ਗੱਲ ਕੀ ਹੋਈ ਕਿ ਇੱਕ ਦਿਨ ਦੀ ਗੱਲ ਹੈ ਕਿ ਦੇਵ ਨੇ ਦੀ ਜਿਹੜਾ ਤੋਤਾ ਸੀ ਉਹ ਬਿਮਾਰ ਹੋ ਗਿਆ। ਬਿਮਾਰ ਹੋਣੇ ਕਰਕੇ ਚੜ੍ਹਾਈ ਕਰ ਗਿਆ ਅਤੇ ਰਾਜੇ ਜੋ ਖਬਰਸਾਰ ਪਹੁੰਚਾਉਂਦਾ ਸੀ ਉਹ ਬੜਾ ਡਰਿਆ ਵੀ ਹੁਣ ਇਹ ਤੋਤਾ ਮਰ ਗਿਆ ਅਤੇ ਜੇ ਹੁਣ ਰਾਜੇ ਨੂੰ ਦੱਸ ਦਿੱਤਾ ਤਾਂ ਰਾਜੇ ਨੇ ਛੱਡਣਾ ਨਹੀਂ। ਤਾਂ ਕਰਕੇ ਉਹ ਬੜਾ ਡਰਿਆ। ਫਿਰ ਉਹਨਾਂ ਜਿਵੇਂ ਬੀਰਬਲ ਸਿਆਣਾ ਸੀ ਨਾ, ਇਹ ਕੋਈ ਸਿਆਣਾ ਸੀ ਉੱਥੇ ਰਾਜੇ ਦਾ ਕੋਈ ਮੰਤਰੀ ਜਾਂ ਕੋਈ ਐਲਕਾਰ। ਉਹਨੇ ਕਿਹਾ ਵੀ ਇਸ ਵਾਰ
ਮੈਂ ਰਾਜੇ ਜਾਨਾ ਦੱਸਦਾ, ਤੂੰ ਨਾ ਜਾ, ਮੈਂ ਆਪਣੇ ਤਰੀਕੇ ਨਾਲ ਗੱਲ ਕਰਾਂਗਾ, ਕਿਉਂਕਿ ਜੇ ਸਿੱਧਾ ਕਹਿ ਦਿੱਤਾ ਰਾਜੇ ਨੇ ਸਾਨੂੰ ਛੱਡਣਾ ਨਹੀਂ। ਜਦੋਂ ਐਲਕਾਰ ਗਿਆ ਜਾਂ ਮੰਤਰੀ ਗਿਆ ਅਤੇ ਰਾਜੇ ਨੇ ਜ਼ਿਕਰ ਕਿਹਾ ਵੀ ਅੱਜ ਤੂੰ ਆਇਆ ਖਬਰ ਲੈ ਕੇ, ਦੂਜਾ ਨਹੀਂ ਆਇਆ। ਕਹਿੰਦੇ ਨਹੀਂ ਜੀ, ਮੇਰਾ ਬੜੇ ਦਿਨ ਹੋ ਗਿਆ ਸੀ, ਤੁਸੀਂ ਗਏ ਹੋਏ ਅਤੇ ਮੇਰਾ ਜੀਅ ਕੀਤਾ ਕਿ ਮੈਂ ਹੀ ਜਾ ਕੇ ਮਿਲ ਆਵਾਂ, ਮੇਰਾ ਜੀਅ ਕੀਤਾ ਸੀ ਦਰਸ਼ਨ ਕਰਨ ਨੂੰ, ਮਿਲਣ ਨੂੰ, ਤਾਂ ਕਰਕੇ ਕਹਿੰਦੇ ਚਲੋ ਠੀਕ ਆ, ਸੁਣਾਓ ਕੋਈ ਖਬਰਸਾਰ। ਕਹਿੰਦੇ ਇੱਦਾਂ ਇੱਦਾਂ ਸਾਰਾ ਰਾਜ ਭਾਗ ਦਾ ਜੋ ਰਾਜ ਪਾਠ ਦਾ ਸਾਜੋ ਸਮਾਨ ਸਾਰਾ ਦੱਸਿਆ। ਫਿਰ ਰਾਜਾ ਜਿਵੇਂ ਸਪੈਸ਼ਲ ਪੁੱਛਦਾ ਸੀ ਉਹ ਤੋਤੇ ਬਾਰੇ, ਉਹਨੇ ਪੁੱਛਿਆ ਵੀ ਉਹ ਪੋਪਟ ਮੇਰਾ ਕਿਸ ਤਰ੍ਹਾਂ ਦਾ। ਫਿਰ ਉਹ ਐਲਕਾਰ ਨੇ ਤਰੀਕੇ ਨਾਲ ਦੱਸਿਆ। ਕੀ ਕਹਿੰਦਾ ਵੀ ਵੇਖੋ ਜੀ, ਅੱਜ ਰਾਜਾ ਜੀ, ਅੱਜ ਦੇ ਪੋਪਟ ਜਿਹੜਾ ਨਾ ਉਹ ਸਵੇਰ ਦਾ ਪਿੱਠ ਭਾਰ ਲੇਟਿਆ ਹੋਇਆ ਅਤੇ ਪੈਰ ਉਹਨੇ ਦੋਨੋਂ ਜਿਹੜੇ ਤਾਂ ਖੜ੍ਹੇ ਕੀਤੇ ਹੋਏ ਅਤੇ ਸਵੇਰ ਦਾ ਨੇ ਕੁਝ ਨਹੀਂ ਖਾਧਾ ਪੀਤਾ ਅਤੇ ਅੱਖਾਂ ਜਿਹੜੀਆਂ ਨੇ ਖੁੱਲ੍ਹੀਆਂ ਹੋਈਆਂ ਅਤੇ ਐਂ ਤਾਂ ਨੂੰ ਮੁੱਖ ਕੀਤਾ, ਇੱਕ ਟੱਕ ਇੱਕ ਪਾਸੇ ਵੱਲ ਵੇਖੀ ਜਾ ਰਿਹਾ, ਨਾ ਹਿਲਦਾ ਨਾ ਜੁਲਦਾ, ਪੂਰਾ ਸਮਾਧੀ ਵਿੱਚ ਐਂ ਪਿੱਠ ਭਾਰ ਉਹ ਪਿਆ ਹੋਇਆ, ਪੈਰ ਤਾਂ ਨੂੰ ਹੈ ਅਤੇ ਇੱਕ ਟੱਕ ਵੇਖੀ ਜਾ ਰਿਹਾ, ਕਿ ਪਾਸੇ ਹਿਲ ਜੁਲ ਕੁਝ ਨਹੀਂ ਕਰ ਰਿਹਾ। ਅਤੇ ਰਾਜਾ ਸੁਣ ਕੇ ਕਹਿੰਦਾ ਵੀ ਅੱਛਾ ਇਹ ਪੋਪਟ ਕੀ ਦਾ ਮਤਲਬ ਮਰ ਗਿਆ। ਅਤੇ ਉਹ ਕਹਿਣ ਲੱਗਾ ਨਾ ਨਾ ਮਹਾਰਾਜ, ਇਹ ਗੱਲ ਮੈਂ ਨਹੀਂ ਕਹਿ ਸਕਦਾ ਵੀ ਤੋਤਾ ਮਰ ਗਿਆ, ਇਹ ਤੁਸੀਂ ਜਾਣੋ, ਤੁਸੀਂ ਸਮਝ ਸਕਦੇ, ਮੈਂ ਤਾਂ ਨਹੀਂ ਕਹਿ ਸਕਦਾ ਤੋਤਾ ਮਰ ਗਿਆ। ਅਤੇ ਉਹ ਫਿਰ ਇਸ ਤਰੀਕੇ ਨਾਲ ਗੱਲ ਕੀਤੀ ਕਿ ਮਰ ਵੀ ਗਿਆ, ਵਰਣਨ ਵੀ ਕਰ ਦਿੱਤਾ, ਪਰ ਮੂੰਹੋਂ ਨਹੀਂ ਗਿਆ। ਕੀ ਕੀਤਾ ਕਿ ਸ਼ਬਦ ਨਾਲ ਵੀ ਉਹ ਪੋਪਟ ਤੋਤਾ ਮਰ ਗਿਆ ਹੈ, ਐਸਾ ਬੋਲਿਆ ਨਹੀਂ ਉਹ ਵਜ਼ੀਰ, ਉਹ ਐਲਕਾਰ, ਉਹ ਮੰਤਰੀ, ਪਰ ਵਰਣਨ ਐਸਾ ਕੀਤਾ ਕਿ ਸਿੱਧ ਹੋ ਗਿਆ ਕਿ ਤੋਤਾ ਮਰ ਗਿਆ ਹੈ। ਇਸ ਨੂੰ ਕਹਿੰਦੇ ਅਵਾਚਯ ਸਿਧਾਂਤ, ਜਿਹੜਾ ਆਪਾਂ ਪੜ੍ਹ ਰਹੇ। ਬਾਣੀ ਦਾ ਵਿਸ਼ਾ ਨਾ ਹੁੰਦੇ ਹੋਏ ਵੀ ਉਸ ਬ੍ਰਹਮ ਚੇਤਨ ਦਾ ਵਰਣਨ ਵੇਦਾਂ ਵਿੱਚ ਕਿਸ ਤਰ੍ਹਾਂ ਕੀਤਾ ਹੈ। ਇੰਨੀਆਂ ਸੁੰਦਰ ਜੁਗਤੀਆਂ ਹੈ, ਜਦੋਂ ਤੁਸੀਂ ਜੁਗਤੀਆਂ ਤੁਸੀਂ ਸਮਝੋਗੇ, ਸੁਣੋਗੇ, ਤਾਂ ਪਤਾ ਲੱਗੇਗਾ ਕਿ ਉਹ ਬ੍ਰਹਮ ਚੇਤਨ ਦਾ ਵਰਣਨ, ਜਿਵੇਂ ਮੈਂ ਹੁਣੇ ਤੁਹਾਨੂੰ ਤੋਤੇ ਦੀ ਕਹਾਣੀ ਦੱਸੀ ਹੈ, ਉਸੇ ਪ੍ਰਕਾਰ ਨਾਲ ਹੀ ਬਸ ਕੇਵਲ ਵਰਣਨ ਕੀਤਾ। ਅੱਗੇ ਦਾ ਅਰਥ ਉਹ ਕੱਢਣ ਨੂੰ ਕਿਹਾ ਹੈ, ਭਾਵ ਅਨੁਭਵ ਕਰਕੇ ਉਹ ਅਰਥ ਕੱਢਣ ਨੂੰ ਕਿਹਾ ਵੀ ਦੱਸੋ ਵੀ ਕੀ ਉਹਨੂੰ ਕਹਿ ਸਕਦੇ ਹਾਂ, ਜੇ ਚੀਜ਼ ਬਚ ਗਈ ਉਹਨੂੰ ਬਾਕੀ ਕੀ ਕਹਾਂਗੇ ਆਪਾਂ। ਜਿਹੜੀ ਵਿਰੋਧੀ ਅੰਸ਼ ਆ ਉਹਦਾ ਤਿਆਗ ਕਰ ਦਈਏ ਅਤੇ ਜੋ ਬਾਕੀ ਬਚੇ ਉਹਨੂੰ ਕੀ ਕਹਾਂਗੇ। ਤੁਸੀਂ ਦੱਸੋ ਕੀ ਕਹਾਂਗੇ, ਬਾਣੀ ਦੇ ਵਿਸ਼ੇ ਦੇ ਨਹੀਂ ਆ, ਪਰ ਜੋ ਉਹ ਕਿਹਾ ਵਾ ਉਹ ਕਿਉਂ ਕਹਿਣਾ, ਕਿਆ ਹੈ, ਕਿਉਂ ਕਿਹਾ ਹੈ, ਗੱਲ ਉਦੋਂ ਕੀ ਕਹਾਂਗੇ, ਉਸ ਗੱਲ ਨੂੰ ਕੀ ਤੁਸੀਂ ਨਾਮ ਦਿਓਗੇ। ਠੀਕ ਆ, ਇਹ ਅੱਗੇ ਜਿਹੜੀ ਟਿੱਪਣ ਆ ਰਹੀ ਆ ਉਹ ਸਮਝਣ ਵਾਸਤੇ ਗੱਲ ਕਹੀ ਗਈ ਹੈ, ਅਵਾਚਯ ਸਿਧਾਂਤ। ਹੁਣ ਟਿੱਪਣੀ ਆਪਾਂ ਪੜ੍ਹਦੇ ਹਾਂ। ਹੁਣ ਆਪਾਂ ਟਿੱਪਣੀ ਵੇਖਦੇ ਹਾਂ। ਵਿਦੇਹ ਵਿਸ਼ੇ, ਜਿਹੜੇ ਵਿਦੇਹ ਵਿਸ਼ੇਸ਼ਣ ਆਤਮਾ ਦੇ ਕਹੇ ਗਏ ਨਾ, ਉਹ ਸਾਰੇ ਇੱਥੇ ਆਉਣਗੇ। ਨਿਸ਼ੇਧ ਵਿਸ਼ੇਸ਼ਣਾਂ ਦਾ ਨਾ ਕਥਨ ਨਹੀਂ ਕੀਤਾ, ਵਿਦੇਹ ਵਿਸ਼ੇਸ਼ਣ ਦਾ ਟਿੱਪਣੀ ਵਿੱਚ ਕਥਨ ਕੀਤਾ ਵੀ ਟਿੱਪਣੀ ਪੜ੍ਹਨੀ ਜ਼ਰੂਰੀ ਆ। ਟਿੱਪਣੀ ਪੜ੍ਹਨ ਦੇ ਨਾਲ ਹੀ ਸਾਨੂੰ ਇਹ ਸਾਰਾ ਜਿਹੜਾ ਇਸ ਅਧਿਆਏ ਦਾ ਸਿਧਾਂਤ ਸਮਝ ਵਿੱਚ ਥੋੜ੍ਹਾ ਪੈ ਸਕਦਾ, ਕਿਉਂਕਿ ਆਤਮਾ ਦਾ ਵਰਣਨ ਕੀਤਾ ਹੈ ਕਿ ਆਤਮਾ ਸਤ ਰੂਪ ਹੈ, ਆਤਮਾ ਚਿੱਤ ਰੂਪ ਹੈ, ਐਸਾ ਆਤਮਾ ਜਿਹੜੇ ਹੈ ਵਿਆਪਕ ਰੂਪ ਹੈ ਬ੍ਰਹਮ ਰੂਪ ਹੈ, ਸਵੈਮ ਪ੍ਰਕਾਸ਼ ਹੈ। ਇਹ ਜਿਹੜੇ ਵਰਣਨ ਕੀਤੇ ਨਾ, ਉਹ ਜੋ ਵਰਣਨ ਕੀਤਾ ਅਸੀਂ ਉਹ ਬਾਣੀ ਨਾਲ ਹੀ ਕੀਤਾ ਹੈ। ਕਿਸ ਤਰ੍ਹਾਂ ਕੀਤਾ ਹੈ ਉਹ ਆਪਾਂ ਹੀ ਵੇਖਾਂਗੇ, ਕਿਉਂਕਿ ਜਿਵੇਂ ਸੱਤ ਪਦ ਆ ਜਾਂ ਚਿੱਤ ਪਦ ਆ, ਇਹ ਸੱਤ ਪਦ ਵਿੱਚ, ਚਿੱਤ ਪਦ ਵਿੱਚ ਇੱਕ ਵਾਚਯ ਅਰਥ ਹੈ, ਇੱਕ ਹੈ ਲਕਸ਼ ਅਰਥ। ਠੀਕ, ਉਹ ਆਪਾਂ ਇੱਥੇ ਜਿਹੜੀ ਗੱਲ ਆ ਉਹ ਹੁਣ ਪੜ੍ਹ ਲੱਗੇ ਹਾਂ। ਠੀਕ ਹੈ ਜੀ, 149 ਨੰਬਰ ਇਹ ਟਿੱਪਣੀ ਹੈ। ਕੀ ਲਿਖਿਆ ਹੈ, लक्षण, जो लक्षण ब्रह्म को लक्षण से साक्षात बोध न करे हैं, वो लक्षण के उपर टिप्पणी वो पढ़ लगे हैं। टिप्पणी काफ़ी वड्डी है, इन्हू समझना। माया और प्रपंच विषय अपेक्षक सत्यता है और ब्रह्म विषय निरपेक्ष सत्यता है, दोनों मिल के सत्य पद का वाच्य है। हुण जिहड़ा अपेक्षक शब्द इत्थे आया, ਪਹਿਲਾਂ ਤਾਂ ਆਪਾਂ ਸਮਝ ਲਈ, ਕਿਉਂਕਿ ਪਹਿਲੀ ਕਥਾ, ਪਹਿਲੀ ਕਲਾ ਜੀ ਸ਼ਾਇਦ ਆਪਾਂ ਦੱਸਿਆ ਸੀ ਅਪੇक्षक ਕੀ ਹੁੰਦਾ ਹੈ।
ਅਪੇਕਸ਼ਕ ਪਦ ਕੀ ਕਰਦਾ ਹੈ? ਅਪੇਕਸ਼ਕ ਦਾ ਅਰਥ ਸਿੱਧਾ ਮੈਂ ਤੁਹਾਨੂੰ ਦੱਸਾਂਗੀ, ਮੁਕਾਬਲਾ ਜਾਂ ਤੁਲਨਾ। ਕਿਸੇ ਦੀ ਤੁਲਨਾ ਤੋਂ ਵੱਡਾ ਹੈ ਅਤੇ ਕਿਸੇ ਦੀ ਤੁਲਨਾ ਤੋਂ ਛੋਟਾ, ਇਸ ਨੂੰ ਕਹਿੰਦੇ ਆ ਅਪੇਕਸ਼ਕ। ਹੁਣ ਜਿਸ ਤਰ੍ਹਾਂ ਮਾਤਰ ਦਾ ਘਰ ਹੀ ਹੈ, ਠੀਕ ਹੈ, ਅਤੇ ਇਹ ਘਰ ਮੇਰਾ ਕੀ ਹੈ, ਵੱਡਾ ਹੈ ਕਿਹਨਾਂ ਤੋਂ? ਜਿਵੇਂ ਪੱਖਾ ਪਿਆ ਹੈ, ਮੰਜਾ ਪਿਆ ਹੈ, ਕੱਪੜੇ ਪਏ ਆ, ਸਿਲੰਡਰ ਪਿਆ ਹੈ ਘਰ ਵਿੱਚ, ਭਾਂਡੇ ਪਏ ਆ, ਪੇਟੀ ਪਈ ਹੈ, ਸਭ ਕੁਝ ਪਿਆ ਹੈ ਨਾ। ਇਹ ਸਾਰੀਆਂ ਜਿਹੜੀਆਂ ਘਰ ਦੀਆਂ ਵਸਤੂਆਂ ਹੈ, ਸਾਰੀਆਂ ਘਰ ਦੀਆਂ ਵਸਤੂਆਂ ਤੋਂ ਮੇਰਾ ਘਰ ਵੱਡਾ ਹੈ। ਵਸਤੂਆਂ ਦੀ ਅਪੇਕਸ਼ਾ ਤੋਂ ਭਾਵ ਵਸਤੂਆਂ ਦੀ ਤੁਲਨਾ ਤੋਂ ਘਰ ਵੱਡਾ ਹੈ। ਫਿਰ ਜਿਹੜਾ ਘਰ ਹੈ, ਘਰ ਦੀ ਅਪੇਕਸ਼ਕਾ ਤੋਂ ਭਾਵ ਤੁਲਨਾ ਤੋਂ, ਮੁਕਾਬਲੇ ਤੋਂ ਮੁਹੱਲਾ ਵੱਡਾ ਹੈ ਅਤੇ ਘਰ ਛੋਟਾ ਹੋ ਗਿਆ ਮੁਹੱਲੇ ਤੋਂ। ਮੁਹੱਲੇ ਦੀ ਅਪੇਕਸ਼ਕਾ ਤੁਲਨਾ ਤੋਂ ਪਿੰਡ ਵੱਡਾ ਹੈ। ਪਿੰਡ ਦੀ ਤੁਲਨਾ ਤੋਂ ਮੁਹੱਲਾ ਛੋਟਾ ਹੋ ਗਿਆ, ਠੀਕ ਹੈ, ਮੁਹੱਲਾ ਛੋਟਾ ਹੋ ਗਿਆ ਪਿੰਡ ਦੀ ਤੁਲਨਾ ਤੋਂ। ਅਤੇ ਪਿੰਡ ਸ਼ਹਿਰ ਦੀ ਤੁਲਨਾ ਤੋਂ ਛੋਟਾ ਹੋ ਗਿਆ। ਸ਼ਹਿਰ ਜਿਹੜਾ ਹੈ ਉਹ ਰਾਜੇ, ਜਿਵੇਂ ਆਪਣਾ ਪੰਜਾਬ ਹੈ, ਉਹ ਪੂਰਾ ਹੀ ਹੋ ਗਿਆ, ਉਹਦੀ ਤੁਲਨਾ ਤੋਂ ਸ਼ਹਿਰ ਛੋਟਾ ਹੈ ਜ਼ਿਲ੍ਹਿਆਂ ਦੀ ਤੁਲਨਾ ਤੋਂ। ਫਿਰ ਪੰਜਾਬ ਹਿੰਦੁਸਤਾਨ ਤੁਲਨਾ ਤੋਂ ਛੋਟਾ ਹੈ, ਅਤੇ ਉਹ ਹਿੰਦੁਸਤਾਨ ਜਿਹੜਾ ਹੈ ਉਹ ਦੂਜੇ ਕਈ ਦੇਸ਼ਾਂ ਦੀ ਤੁਲਨਾ ਤੋਂ ਛੋਟਾ ਹੈ। ਇਸੇ ਤਰ੍ਹਾਂ ਧਰਤੀ ਕਈ ਗ੍ਰਹਿਆਂ ਤੋਂ ਛੋਟੀ ਹੈ। ਉਹ ਸਾਰੀ ਗੱਲ ਹੈ ਇੱਥੇ, ਉਹ ਗੱਲ ਇੱਥੇ ਆ ਰਹੀ ਹੈ। ਹੁਣ ਇੱਥੇ ਇਹ ਸਮਝ ਲੈਣਾ, ਅਪੇਕਸ਼ਕ ਮਤਲਬ ਤੁਲਨਾ, ਮੁਕਾਬਲੇ ਤੋਂ। ਮਾਇਆ ਔਰ ਪ੍ਰਪੰਚ ਵਿਸ਼ੇ। ਹੁਣ ਮਾਇਆ ਜਿਹੜੀ ਆ ਉਹ ਵੇਖੋ, ਮਾਇਆ ਅਤੇ ਉਹਦਾ ਕਾਰਜ ਕੀ ਹੈ? ਪੰਜ ਤੱਤ, ਪ੍ਰਪੰਚ ਤੱਤ। ਤੱਤ ਵੀ ਵਿਆਪਕ ਹੈ, ਤੱਤ ਵੀ ਬਹੁਤ ਵੱਡੇ ਹੈ। ਆਕਾਸ਼ ਤੱਤ ਕਿੱਡਾ ਵੱਡਾ, ਵਿਆਪਕ ਸਾਰੇ ਦਾ। ਪਰ ਉਸ ਆਕਾਸ਼ ਦੀ ਉਤਪਤੀ ਮਾਇਆ ਤੋਂ ਹੋਈ। ਇਸ ਕਰਕੇ ਇੱਕ ਤੱਤ ਇੱਕ ਦੂਜੇ ਦਾ ਤੱਤ ਵੀ ਅਪੇਕਸ਼ਕ ਆ, ਪਰ ਉਹ ਪ੍ਰਪੰਚ ਦੀ ਤੁਲਨਾ ਤੋਂ ਮਾਇਆ ਬਹੁਤ ਵੱਡੀ ਹੈ। ਮਾਇਆ ਜਿਹੜੇ ਸੂਰਜ ਚੰਦਰਮਾ ਆ, ਠੀਕ ਹੈ, ਇਹਨਾਂ ਸੂਰਜ ਚੰਦਰਮਾ ਜੋ ਸੱਤ ਸਮੁੰਦਰ ਧਰਤੀ, ਇਹਨਾਂ ਤੋਂ ਸਾਰੇ ਮਾਇਆ ਤੋਂ ਹੀ ਸਾਰਾ ਨਾ, ਸਾਰਾ ਕੁਝ ਜੋ ਆਲ ਜੰਜਾਲ ਮਾਇਆ ਤੋਂ ਹੀ ਆ। ਮਾਇਆ ਇਹਦੀ ਅਪੇਕਸ਼ਾ ਤੋਂ ਬਹੁਤ, ਮੁਕਾਬਲੇ ਤੋਂ ਬਹੁਤ ਜ਼ਿਆਦਾ ਵੱਡੀ, ਵਿਆਪਕ ਹੈ, ਬਹੁਤ ਜ਼ਿਆਦਾ। ਹਾਂਜੀ, ਤਾਂ ਕਰਕੇ ਇਹ ਉੱਥੇ ਗੱਲ ਕਹਿ ਰਹੇ ਹਾਂ। ਅਪੇਕਸ਼ਕ ਮਤਲਬ ਸਮਝ ਆ ਗਈ ਨਾ ਕਿ ਆਪਾਂ ਕੀ ਗੱਲ ਕਰ ਰਹੇ ਹਾਂ। ਮਾਇਆ ਔਰ ਪ੍ਰਪੰਚ ਵਿਸ਼ੇ ਅਪੇਕਸ਼ਕ ਸੱਤਿਅਤਾ ਹੈ ਔਰ ਬ੍ਰਹਮ ਵਿਸ਼ੇ ਨਿਰਪੇਕਸ਼ ਸੱਤਿਅਤਾ ਹੈ। ਜੋ ਸੱਤ ਪਦ ਦਾ ਪ੍ਰਯੋਗ ਕੀਤਾ ਹੈ ਨਾ, ਇਸ ਵਿੱਚ ਦੋ ਅਰਥ ਹੋਏ, ਦੋ ਤਰ੍ਹਾਂ ਦੇ ਅਰਥ ਹੋਏ ਹਨ। ਇੱਕ ਤਾਂ ਜਗਤ ਦੀ ਅਪੇਕਸ਼ਕ ਸੱਤਿਅਤਾ, ਅਤੇ ਸਹੀ ਰੂਪ ਵਿੱਚ ਕਿਹੜੀ ਆ ਸੱਤਿਅਤਾ? ਉਹ ਕੇਵਲ ਬ੍ਰਹਮ ਚੇਤਨ ਦੀ ਸੱਤਿਅਤਾ। ਮਾਇਆ ਔਰ ਪ੍ਰਪੰਚ ਵਿਸ਼ੇ, ਠੀਕ ਹੈ। ਮਾਇਆ ਅਤੇ ਮਾਇਆ ਦਾ ਕਾਰਜ ਕੀ? ਪ੍ਰਪੰਚ। ਅਤੇ ਪ੍ਰਪੰਚ ਵਿੱਚ ਅਪੇਕਸ਼ਕ ਸੱਤਿਅਤਾ ਹੈ। ਅਪੇਕਸ਼ਕ ਸੱਤਿਅਤਾ ਹੈ ਮਤਲਬ ਤੁਲਨਾ ਬਰਾਬਰ, ਮੁਕਾਬਲੇ ਬਰਾਬਰ ਜਿਹੜੀ ਸੱਤਿਅਤਾ ਹੈ, ਠੀਕ ਆ। ਹੁਣ ਪ੍ਰਪੰਚ ਵਿੱਚ ਅਪੇਕਸ਼ਕ ਸੱਤਿਅਤਾ ਕਿਵੇਂ ਹੈ? ਜਿਵੇਂ ਮ੍ਰਿਗ ਜਾਲ ਹੈ, ਸੁਪਨਾ ਹੈ, ਸੁਪਨੇ ਦੇ ਪਦਾਰਥ ਉਹ ਵੀ ਸੱਤ ਭਾਸਦੇ। ਮ੍ਰਿਗ ਜਲ ਸੱਤ ਭਾਸਦਾ ਹੈ, ਰਜੂ ਵਿੱਚ ਸਰਬ ਸੱਚ ਭਾਸਦਾ ਹੈ। ਇਸੇ ਤਰ੍ਹਾਂ ਰਾਤ ਦੇ ਮੰਦਕਾਰ ਹਨੇਰੇ ਵਿੱਚ ਜਿਹੜਾ ਠੂਠ ਆ, ਕੱਟਿਆ ਬ੍ਰਿਸ਼, ਉਹਦੇ ਵਿੱਚ ਬੰਦਾ ਭਾਸਦਾ ਹੈ।
ਉਹ ਜਿਹੜੇ ਸੱਤ ਹੈ ਉਹਦੀ ਸੱਤਿਅਤਾ ਨਾਲੋਂ ਜਿਹੜਾ ਪ੍ਰਪੰਚ ਹੈ, ਜਿਵੇਂ ਆ ਸਾਹਮਣੇ ਸਾਰਾ ਕੁਝ ਦਿਖ ਰਿਹਾ, ਸੱਤ ਹੀ ਦਿਖ ਰਿਹਾ ਨਾ, ਉਹਦੀ ਜਿਵੇਂ ਸੁਪਨੇ ਦੇ ਪਦਾਰਥ ਆ ਉਹ ਵੀ ਸੱਤ ਭਾਗਦੇ, ਪਰ ਉਹਦੀ ਸੱਤਿਅਤਾ ਨਾਲੋਂ, ਉਹਦੀ ਅਪੇਖਿਕਾ ਤੋਂ ਨਾਲੋਂ, ਉਹਦੀ ਅਪੇਖਾ, ਉਹਦੀ ਤੁਲਨਾ, ਉਹਦੀ ਮੁਕਾਬਲੇ ਦੇ ਨਾਲੋਂ ਜਿਹੜੀ ਆ ਪ੍ਰਪੰਚ ਜਿਹੜਾ ਸਭ ਪ੍ਰਤੱਖ ਅਸੀਂ ਦੇਖ ਰਹੇ ਹਾਂ, ਇਹਦੀ ਜਿਹੜੀ ਹੈ ਜ਼ਿਆਦਾ ਤੁਲਨਾ ਹੈ, ਇਹ ਉਹਦੇ ਨਾਲੋਂ ਜ਼ਿਆਦਾ ਵੱਡਾ ਹੈ, ਜ਼ਿਆਦਾ ਸੱਚ ਹੈ। ਫਿਰ ਇਸ ਮਿੱਥਿਆ ਜਿਹੜੇ ਪਦਾਰਥ ਆ, ਮਿੱਥਿਆ ਪਦਾਰਥ ਦੀ ਤੁਲਨਾ ਤੋਂ, ਅਪੇਖਾ ਤੋਂ ਜਿਹੜਾ ਪ੍ਰਪੰਚ ਉਹ ਸੱਤ ਹੈ। ਠੀਕ ਆ। ਅਤੇ ਪ੍ਰਪੰਚ ਮਾਇਆ ਇੱਕੋ ਗੱਲ ਹੀ ਹੈ, ਮਾਇਆ ਦਾ ਕਾਰਜ ਪ੍ਰਪੰਚ ਹੈ, ਪ੍ਰਪੰਚ ਮਾਇਆ ਇੱਕੋ ਗੱਲ ਹੀ। ਪਰ ਜਿਹੜੀ ਮਾਇਆ ਹੈ ਜੋ ਮਾਇਆ ਮਿਥਿਆ ਹੈ, ਪ੍ਰਪੰਚ ਮਿਥਿਆ ਹੈ, ਪਰ ਇਹਦੀ ਤੁਲਨਾ ਤੋਂ ਬ੍ਰਹਮ ਦੀ ਜਿਹੜੀ ਸੱਤਿਅਤਾ ਹੈ ਉਹ ਕੀ ਹੈ, ਉਹ ਜ਼ਿਆਦਾ ਹੈ, ਉਹ ਮੁੱਖ ਸੱਤਿਅਤਾ ਹੈ। ਮਤਲਬ ਇਹ ਸਾਰੀਆਂ ਚੀਜ਼ਾਂ ਦੇ ਜਾ ਕੇ, ਸਾਰੀ ਚੀਜ਼ਾਂ ਦੇ ਮੁਕਾਬਲੇ ਮਾਇਆ ਵੱਡੀ ਹੈ ਨਾ, ਪਰ ਮਾਇਆ ਦੀ ਅਪੇਖਾ ਤੋਂ ਬ੍ਰਹਮ ਜ਼ਿਆਦਾ ਸੱਤ ਹੈ। ਮਾਇਆ ਸੱਤ ਪ੍ਰਤੀਤ ਹੁੰਦੀ ਹੈ, ਠੀਕ ਹੈ, ਕਿਉਂਕਿ ਮਾਇਆ ਬ੍ਰਹਮ ਦਾ ਇਹ ਅਸਲ ਵਿੱਚ ਸਹੀ ਰੂਪ ਹੈ। ਬ੍ਰਹਮ ਜਿਹੜਾ ਹੈ ਉਹ ਹੈ ਸਤਿਰੂਪ, ਉਹਦੇ ਵੀ ਸੱਤਾ ਪਾ ਕੇ ਮਾਇਆ ਨੇ ਇਹ ਸੰਸਾਰ ਪੈਦਾ ਕੀਤਾ, ਤਾਂ ਕਰਕੇ ਸੱਤ ਵੀ ਪ੍ਰਤੀਤ ਹੁੰਦਾ ਅਤੇ ਮਾਇਆ ਵੀ ਸੱਤ ਪ੍ਰਤੀਤ ਹੁੰਦੀ ਹੈ, ਤਿੰਨਾਂ ਦੇ ਲਿੰਕ ਹੋਣੇ ਕਰਕੇ। ਪਰ ਅਸਲ ਵਿੱਚ ਜੋ ਸੱਤ ਹੈ ਉਹਦਾ ਇੱਥੇ ਆਪਾਂ ਲੈਣਾ ਹੈ ਭਾਗ। ਇਹ ਅਪੇਖਕ ਸੱਤਿਅਤਾ ਹੈ, ਤੁਲਨਾ ਮਤ ਸੱਤਿਅਤਾ ਹੈ। ਪਰ ਬ੍ਰਹਮ ਵਿੱਚ ਨਿਰਪੇਖ ਸੱਤਿਅਤਾ ਹੈ। ਨਿਰਪੇਖ ਭਾਵ ਜਿਹਦੀ ਕੋਈ ਤੁਲਨਾ ਨਹੀਂ, ਜਿਹਦਾ ਕੋਈ ਮੁਕਾਬਲਾ ਨਹੀਂ, ਠੀਕ ਹੈ। ਇੱਥੇ ਸਾਰੀ ਸੱਤਿਅਤਾ ਖਤਮ ਹੋ ਜਾਂਦੀ ਹੈ। ਦੋਨੋਂ ਮਿਲ ਕੇ ਕੀ ਭਾਵ, ਇੱਕ ਜਗਤ ਦੀ ਅਪੇਖਕ ਸੱਤਿਅਤਾ, ਦੂਸਰਾ ਹੈ ਬ੍ਰਹਮ ਦੀ ਜਿਹੜੀ ਸਹੀ ਰੂਪ ਵਿੱਚ ਨਿਰਪੇਖ ਸੱਤਿਅਤਾ। ਇਹ ਦੋਨੋਂ ਮਿਲ ਕੇ ਸੱਤ ਪਦ ਦਾ ਵਾਚੈ ਹੈ। ਇਹ ਸੱਤ ਪਦ ਦਾ ਵਾਚੈ ਅਰਥ ਹੈ। ਜਿਵੇਂ ਤਤਵਮਸੀ ਦਾ ਵਾਚੈ ਅਰਥ, ਲਕਸ਼ ਅਰਥ ਹੁੰਦਾ ਨਾ, ਸਾਰੇ ਪਦਾਂ ਦਾ ਤਕਰੀਬਨ ਸਾਨੂੰ ਪਰ ਗਿਆਨ ਨਹੀਂ ਹੈ, ਪਰ ਵਾਚੈ ਅਰਥ ਦਾ ਲਕਸ਼ ਅਰਥ ਹੁੰਦਾ ਹੈ। ਇੱਕ ਹੁੰਦਾ ਸਧਾਰਨ, ਇੱਕ ਹੁੰਦਾ ਹੈ ਅਸਧਾਰਨ, ਇੱਕ ਹੁੰਦਾ ਹੈ ਕਹਿਣ ਮਾਤਰ, ਇੱਕ ਹੁੰਦਾ ਵਾਸਤਵ ਰੂਪ। ਅਤੇ ਇਹ ਵਾਚੈ ਸੱਤ ਪਦ ਦਾ वाच्य हैं। माया की सत्यता को त्यागी के केवल ब्रह्म की सत्यता लक्ष्य है। कहते माया की जिहड़ी सत्यता वा वो तो है अपेक्षक सत्यता, तुलना मात्र है, पर असली सही रूप में जिहड़ी सत्यता किहदी है वो केवल ब्रह्म चेतन की। इस करके माया की सत्यता जिहड़ी है ना वो एक भरम है। इस करके वो माया की सत्यता नूं त्यागी के जो विरोधी अंश है उन्होंने त्याग के केवल ब्रह्म की सत्यता लक्ष्य है। हाँ जी, लक्ष्य की हुंदा हुण ये भी समझ लो, क्योंकि इहदा पता फिर लगूगा जो सानू अर्थ पता होगा। लक्ष्य की हुंदा है शब्द की वो शक्ति जिस द्वारा सधारण अर्थ तो भिन्न, सधारण हुंदा आम, असाधारण दा जो सधारण नहीं है, खास वास्तव रूप, शब्द का वास्तव अर्थ, ठीक है, वास्तव अर्थ भी असल सत्य कौन है, असल सत्य ब्रह्म ही है, होर नहीं कोई। भावें कि जगती सत्य हुण संत महात्मा ऋषि मुनि ज्ञानी गुरु महाराज कह रहे जग रचना सब झूठ है, बाबा आया है उठ चलना यह जग झूठ पसारो वा है, ये झूठ, क्योंकि ब्रह्म ज्ञान होने ते ये झूठ साबित हो जाता है। तां करके वो इत्थे इन्हां ने ये गल जिहड़ी लिखी है
ਕਿ ਮਾਇਆ ਔਰ ਪ੍ਰਪੰਚ ਵਿਸ਼ੇ ਅਪੇਕਸ਼ਕ ਸੱਤਿਅਤਾ ਹੈ। ਉਪੇਕਸ਼ਕ ਕੀ ਹੈ? ਕਿਸੇ ਤੁਲਨਾ ਤੋਂ ਵੱਡਾ ਅਤੇ ਕਿਸੇ ਤੁਲਨਾ ਤੋਂ ਛੋਟਾ। ਜਿਹੜੀ ਮਾਇਆ ਹੈ ਸੂਰਜ ਚੰਦਰਮਾ ਤੋਂ ਬਹੁਤ ਜ਼ਿਆਦਾ ਵੱਡੀ ਹੈ, ਵਿਆਪਕ ਹੈ, ਪਰ ਬ੍ਰਹਮ ਦੀ ਤੁਲਨਾ ਤੋਂ ਬਹੁਤ ਜ਼ਿਆਦਾ ਛੋਟੀ ਹੈ। ਕਿਉਂਕਿ ਬ੍ਰਹਮ ਦੇ ਜਿਵੇਂ ਕਿਸੇ ਦੇ ਮੁੱਖ ਦੇ ਛੋਟਾ ਜਿਹਾ ਤਿਲ ਹੋਵੇ ਨਾ, ਇਸੇ ਤਰ੍ਹਾਂ ਸਮਝ ਲਓ ਕਹਿੰਦੇ ਬ੍ਰਹਮ ਦੇ ਛੋਟੇ ਜਿਹੇ ਤਿਲ ਮੁਤਾਬਕ, ਉਸ ਬ੍ਰਹਮ ਛੋਟੇ ਤਿਲ ਮੁਤਾਬਕ ਉਸ ਵਿੱਚ ਹੀ ਮਾਇਆ ਅਤੇ ਉਹਦੇ ਵਿੱਚ ਹੀ ਸਾਰਾ ਪਸਾਰਾ ਹੈ, ਜਿੰਨੇ ਖੰਡਾ ਕਰੋੜਾਂ ਕਰੋੜ ਖੰਡ ਬ੍ਰਹਿਮੰਡ। ਇਸ ਕਰਕੇ ਬ੍ਰਹਮ ਦੀ ਅਪੇਕਸ਼ਾ ਤੁਲਨਾ ਤੋਂ ਬਹੁਤ ਇਹਦੀ ਸੱਤਿਅਤਾ ਘੱਟ ਹੈ, ਬਹੁਤ ਸੂਖਸ਼ਮ, ਕਹੀ ਨਹੀਂ, ਕਹਿਣ ਮਾਤਰ ਵੀ ਨਹੀਂ ਅਸਲ ਵਿੱਚ। ਇਸ ਕਰਕੇ ਬ੍ਰਹਮ ਵਿਸ਼ੇ ਨਿਰਪੇਕਸ਼ ਸੱਤਾ, ਉਹਦੇ ਵਿੱਚ ਕੋਈ ਨਿਰਪੇਕਸ਼ ਮੁਕਾਬਲੇ ਤੋਂ ਰਹਿ, ਤੁਲਨਾ ਤੋਂ ਰਹਿ ਸੱਤਿਅਤਾ ਹੈ। ਤੇ दोनों मिल के सात पद का वाच्य हैं और जो वास्तव सात पद का अर्थ है वास्तव रूप है लक्ष्य अर्थ, ਉਹ ਲਕਸ਼ ਅਰਥ ਕਿਹੜਾ ਹੈ? ਉਹ ਮਾਇਆ ਦੀ ਸੱਤਿਅਤਾ ਜਿਹੜੀ ਆ ਉਹ ਕਹਿਣ ਮਾਤਰ ਨੂੰ ਤਿਆਗ ਕੇ ਕੇਵਲ ਬ੍ਰਹਮ ਕੀ ਸੱਤਿਅਤਾ ਹੀ ਲਕਸ਼ ਹੈ। ਅਤੇ ਉਹ ਕਹਿੰਦੇ ਆ ਕਿ ਇਹ ਉਹਦੀ ਤਿਆਗ ਦੇਣੀ ਮਾਇਆ ਦੀ ਜਿਹੜੀ ਹੈ ਸੱਤਿਅਤਾ, ਉਹਨੂੰ ਛੱਡ ਦਈਏ ਅਤੇ ਪਿੱਛੇ ਕੀ ਬਚਦਾ? ਤੁਸੀਂ ਵੇਖ ਲਓ, ਅਸੀਂ ਬੋਲਦੇ ਨਹੀਂ ਹਾਂ, ਅਸੀਂ ਨਹੀਂ ਬੋਲ ਰਹੇ ਵੀ ਪਿੱਛੇ ਕੀ ਬਚਦਾ ਹੈ, ਕਿ ਬ੍ਰਹਮ ਕਿਸ ਤਰ੍ਹਾਂ ਦਾ ਹੈ। ਜਦੋਂ ਅਪੇਕਸ਼ਕ ਸੱਤਾ ਤੁਸੀਂ ਕੱਢ ਦਿੰਦੇ ਹੋ, ਜੋ ਫਿਰ ਨਿਰਪੇਕਸ਼ ਸੱਤਿਅਤਾ ਬਾਕੀ ਬਚਦੀ ਹੈ ਇਹ ਤੁਸੀਂ ਆਪਣੇ ਅਨੁਭਵ ਨਾਲ ਜਾਣ ਲਓ ਵੀ ਉਹਨੂੰ ਕੀ ਕਹਾਂਗੇ। ਤੁਸੀਂ ਕਹਿ ਦਿੱਤਾ ਨਾ, ਤੁਸੀਂ ਜੋ ਕਹਿ ਦਿੱਤਾ ਕਿ ਜੋ ਬ੍ਰਹਮ ਜਦੋਂ ਬਾਣੀ ਦਾ ਇਹ ਵਿਸ਼ੇ ਨਹੀਂ ਹੈ ਫਿਰ ਤੁਸੀਂ ਸੱਚਿਦਾਨੰਦ ਕਿਵੇਂ ਕਹਿ ਦਿੱਤਾ? ਕਹਿੰਦੇ ਤੁਸੀਂ ਤਾਂ ਫਿਰ ਉਹਦਾ ਜਵਾਬ ਇਹ ਆ ਵੀ ਤੁਸੀਂ ਜਿਹੜੀ ਅਪੇਕਸ਼ਕ ਸੱਤਿਅਤਾ ਹੈ, ਜੋ ਤੁਲਨਾ ਮਾਤਰ ਹੈ, ਮੁਕਾਬਲੇ ਮਾਤਰ ਸੱਤਿਅਤਾ ਹੈ, ਜੋ ਉਹਨਾਂ 'ਚ ਵੀ ਪ੍ਰਤੀਤ ਹੁੰਦੀ ਹੈ, ਕਿਉਂਕਿ ਸੱਤ ਪਦ ਅਸਲੀ ਜਿਹੜਾ ਸੱਤ ਪਦ ਦਾ ਜਿਹੜਾ ਲਕਸ਼ ਅਰਥ ਹੈ, ਵਾਸਤਵ ਰੂਪ ਹੈ, ਉਹ ਤਾਂ ਬ੍ਰਹਮ 'ਤੇ ਜਾਂਦਾ ਹੈ। ਪਰ ਸੱਤ ਕਹਿਣ ਨਾਲ ਆਤਮਾ ਇਹ ਮਾਇਆ 'ਚ ਵੀ ਜਾਂਦਾ ਹੈ, ਪ੍ਰਪੰਚ 'ਚ ਵੀ ਚਲਾ ਜਾਂਦਾ ਹੈ, ਜੋ ਮਾਇਆ ਦਾ ਕਾਰਜ ਹੈ। ਪਰ ਇਸ ਕਰਕੇ ਪਿੱਛਾ ਇਹ ਬ੍ਰਹਮ ਤੁਸੀਂ ਬਾਣੀ ਦਾ ਜਿਹੜਾ ਹੈ ਵਿਸ਼ਾ ਨਹੀਂ ਹੈ। ਫਿਰ ਤੁਸੀਂ ਕਿਉਂ ਕਹਿ ਦਿੱਤਾ ਸੱਤ ਕਿਉਂ ਕਹਿ ਦਿੱਤਾ? ਕਹਿੰਦੇ ਇਸ ਕਰਕੇ ਆਹ ਕਾਰਨ ਹੈ। ਤੁਸੀਂ ਆਪ ਅਸੀਂ ਨਹੀਂ ਕਹਿੰਦੇ, ਉਹ ਅਵਾਚਯ ਸਿਧਾਂਤ ਹੈ, ਅਸੀਂ ਨਹੀਂ ਕਹਿੰਦੇ, ਬੋਲਣ ਦੀ ਲੋੜ ਨਹੀਂ, ਪਰ ਤੁਸੀਂ ਆਪਣੇ ਅਨੁਭਵ 'ਚ ਲੈ ਲਓ ਨਾ, ਅਨੁਭਵ ਨਾਲ ਸਮਝੋ ਕੀ ਬਚਦਾ। ਤੁਸੀਂ ਜੋ ਅਪੇਕਸ਼ਕ ਸੱਤਿਅਤਾ ਨੂੰ ਕੱਢ ਦਿਓ, ਬਾਕੀ ਤੁਸੀਂ ਗ੍ਰਹਿਣ ਕਰ ਲਓ ਵੀ ਪਿੱਛੇ ਕੀ ਬਚਦਾ ਹੈ, ਉਹਨੂੰ ਕੀ ਕਹਾਂਗੇ ਆਪਾਂ। ਹੁਣ ਕੁਝ ਕਹਿ ਸਕਦੇ ਨਾ, ਕੋਈ ਨਾ ਕੋਈ ਤਾਂ ਕਹਾਂਗੇ ਨਾ ਤਾਂ ਕੋਈ ਹੋਊਗਾ ਹੀ। ਇਸ ਕਰਕੇ ਉਹ ਉਹਨਾਂ ਨੇ ਗੱਲ ਕਹੀ ਹੈ।